ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਪੰਜਾਬੀ ਰਾਬਤਾ ਟੀਵੀ ਦੇਖ ਰਹੇ ਹੋ। ਮੈਂ ਤੁਹਾਡਾ ਆਪਣਾ ਚਰਨ ਕਮਲ ਸਿੰਘ ਮਾਨ। ਦੋਸਤੋ, ਜੂਨ ਦਾ ਮਹੀਨਾ ਚੱਲ ਰਿਹਾ ਹੈ। ਅੱਜ 5 ਤਰੀਕ ਹੈ, ਕੱਲ੍ਹ ਨੂੰ 6 ਜੂਨ ਹੈ। ਅਤੇ ਜੂਨ ਦਾ ਜਿਹੜਾ 1 ਤਰੀਕ ਤੋਂ ਲੈ ਕੇ 6 ਤਰੀਕ ਦਾ ਸਮਾਂ ਹੈ, ਉਹ ਸਾਡੇ ਲਈ, ਸਿੱਖ ਕੌਮ ਦੇ ਲਈ ਬੜਾ ਹੀ ਕਰੂਸ਼ਲ ਅਤੇ ਸੈਂਸੀਟਿਵ ਹੈ। ਕਿਉਂਕਿ ਜੂਨ ਦੇ ਵਿੱਚ 1984 ਜਿਹੜੀ ਹੈ ਦਰਬਾਰ ਸਾਹਿਬ ਦੇ ਉੱਪਰ ਹਿੰਦ ਸਰਕਾਰ ਨੇ, ਜਿਹੜੀ ਜਬਰੀ ਅਤੇ ਜ਼ੁਲਮੀ ਸਰਕਾਰ ਹੈ, ਉਹਨੇ ਅਟੈਕ ਕੀਤਾ ਸੀਗਾ ਅਤੇ ਸਾਡੇ ਸੂਰਮਿਆਂ ਨੇ, ਯੋਧਿਆਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਸੀ। ਸੋ 5 ਅਤੇ 6 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਕ ਅਰਦਾਸ ਸਮਾਗਮ ਕੀਤਾ ਜਾਂਦਾ, ਜਿਹਦੇ 'ਚ ਸਾਡੇ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸੋ ਮੇਰੇ ਨਾਲ ਜੁੜੇ ਨੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਜਨਰਲ ਸਕੱਤਰ ਨੇ ਅਤੇ ਆਪਣੇ ਕਿਸਾਨ ਆਗੂ ਵੀ ਨੇ ਉਹ। ਸੋ ਉਹਨਾਂ ਨਾਲ ਰੂਬਰੂ ਹੋਵਾਂਗੇ, ਵਿਚਾਰ ਸਾਂਝੇ ਕਰਾਂਗੇ। ਮਹਾਨਤਾ ਜਿਹੜੀ 1 ਜੂਨ ਦੀ ਅਤੇ ਕੁਝ ਸਿਆਸੀ ਜਿਹੜੇ ਪੜਾਅ ਨੇ, ਉਹ ਸਾਰੇ ਨੇ ਜਿਹੜੇ ਇਹਨਾਂ ਨਾਲ ਡਿਸਕਸ ਕਰਾਂਗੇ। ਸੋ ਅੱਜ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮਾਨ ਸਾਹਿਬ ਅਤੇ ਰਾਬਤਾ ਟੀਵੀ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਨਾਲ, ਸਮੁੱਚੀ ਪੰਜਾਬੀ ਭਾਈਚਾਰੇ ਨਾਲ, ਅਤੇ ਜੋ ਭਾਰਤ ਸਰਕਾਰ ਨੇ ਇੱਕ ਗਿਣੀ ਮਿੱਥੀ ਸਾਜ਼ ਦੇ ਤਹਿਤ ਸਾਡਾ ਦਰਬਾਰ ਸਾਹਿਬ ਢਾਇਆ, ਧੀਆਂ ਭੈਣਾਂ ਦੀਆਂ ਬੇਪੱਤੀਆਂ ਕਰਤੇ, ਉਸ ਦੇ ਦਰਦ ਨੂੰ ਰੱਖਣ ਵਾਲੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ? ਬਹੁਤ ਵਧੀਆ, ਚੜ੍ਹਦੀ ਕਲਾ। ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਜਸਕਰਨ ਜੀ, ਪਹਿਲਾਂ ਮੈਨੂੰ ਇਹ ਦੱਸੋ ਵੀ ਦਰਬਾਰ ਸਾਹਿਬ ਦੇ ਵਿੱਚ ਇਹ ਜਿਹੜਾ ਜੂਨ ਦਾ ਮਹੀਨਾ ਹੈ, ਇਹ ਕਿੰਨੀ ਕੁ ਮਹੱਤਤਾ ਰੱਖਦਾ ਸਾਡੀ ਸਿੱਖ ਕੌਮ ਦੇ ਲਈ, ਜਿਹੜਾ ਇਹ ਮਨਾਇਆ ਜਾਂਦਾ ਇੱਕ ਸ਼ਰਧਾਂਜਲੀ ਸਮਾਗਮ ਹੈ? ਜਿਹੜਾ ਜੂਨ 1984 ਹੈ, ਅਸੀਂ ਇਹ ਸਿੱਖ ਕੌਮ ਲਈ ਬਹੁਤ ਭਿਆਨਕ, ਬਹੁਤ ਦੁੱਖ ਭਰਿਆ, ਬਹੁਤ ਦਰਦ ਭਰਿਆ, ਬਹੁਤ ਪੀੜਾ ਵਾਲਾ, ਹਿਰਦੇ ਨੂੰ ਬਰੂੰਦਣ ਵਾਲਾ ਇਹ ਦਿਨ ਜਦੋਂ ਆਉਂਦਾ, ਸਾਡੀ ਧਾਂ ਨਿਕਲ ਜਾਂਦੀ ਹੈ। ਸਾਡੀ ਪੱਲੇ ਕੱਖ ਨਹੀਂ ਰਹਿੰਦਾ ਕਿ ਜਿਹੜੇ ਭਾਰਤ ਦੇ ਲਈ ਸਿੱਖ ਕੌਮ ਨੇ 85% ਕੁਰਬਾਨੀਆਂ ਕੀਤੀਆਂ, ਕਾਲੇ ਪਾਣੀ ਗਏ, ਜੇਲ੍ਹਾਂ ਵਿੱਚ ਗਏ। ਅਸੀਂ ਜੇਲ੍ਹਾਂ ਵਿੱਚ ਜਾ ਕੇ, ਕਾਲੇ ਪਾਣੀਆਂ ਜਾ ਕੇ, ਸ਼ਹਾਦਤਾਂ ਦੇ ਕੇ, ਨੇਜਿਆਂ 'ਤੇ ਟੰਗ ਕੇ, ਅਸੀਂ ਜੇ ਇੰਡੀਆ ਦੇ ਬਣ ਨਹੀਂ ਸਕੇ ਤੇ ਫਿਰ ਅਸੀਂ ਇਹਨਾਂ ਦੇ ਹੁਣ ਬਣ ਨਹੀਂ ਸਕਣਾ, ਅਤੇ ਨਾ ਹੀ ਸਾਨੂੰ ਆਸ ਰੱਖਣੀ ਚਾਹੀਦੀ ਹੈ। ਪਹਿਲਾਂ ਮੈਨੂੰ ਇੰਡੀਆ ਸਰਕਾਰ, ਇਹਦਾ ਹੁਕਮਰਾਨ, ਕਾਂਗਰਸ ਪਾਰਟੀ, BJP, RSS, ਬਜਰੰਗ ਦਲ, ਕਾਮਰੇਡ, ਸੋਵੀਅਤ ਰੂਸ, ਇਹ ਜਵਾਬ ਦੇਣ ਸਾਡਾ ਅਕਾਲ ਤਖਤ ਕਿਉਂ ਢਾਇਆ ਗਿਆ, ਸਾਡੇ ਦਰਬਾਰ ਵਿੱਚ ਫੌਜ ਕਿਉਂ ਵੜੀ ਗਈ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕਿਉਂ ਕੀਤੀਆਂ ਗਈਆਂ, ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਿਉਂ ਕੀਤਾ ਗਿਆ, ਭਾਈ ਅਮਰੀਕ ਸਿੰਘ ਨੂੰ, ਜਰਨਲ ਸ਼ਬੇਗ ਸਿੰਘ ਨੂੰ, ਬਾਬਾ ਠਾਰਾ ਸਿੰਘ ਨੂੰ, ਅਤੇ ਸਾਡੀ ਜਿਹੜੀ ਉੱਭਰ ਰਹੀ ਸਿੱਖ ਲੀਡਰਸ਼ਿਪ ਸੀ, ਅਤੇ ਸਾਡੀਆਂ ਬੀਬੀਆਂ, ਸਾਡੇ ਬੱਚਿਆਂ, ਸਾਡੇ ਨੌਜਵਾਨਾਂ, ਸਾਡੇ ਬਜ਼ੁਰਗਾਂ ਨੂੰ 6 ਜੂਨ ਨੂੰ ਕੋਹ ਕੇ ਗੋਲੀਆਂ ਮਾਰ ਕੇ, ਕਾਨੂੰਨ ਦੀਆਂ ਧੱਜੀਆਂ ਡਾ ਕੇ ਇਹ ਕਿਉਂ ਸ਼ਹੀਦ ਕੀਤਾ ਗਿਆ। ਸਾਨੂੰ ਇਹ ਵੀ ਦੱਸਿਆ ਜਾਵੇ, ਜਿਹੜੀ ਭਾਰਤੀ ਫੌਜ ਹੈ ਉਹ ਦੁਸ਼ਮਣ ਨਾਲ ਲੜਨ ਲਈ ਹੁੰਦੀ ਹੈ, ਉਹ ਸਾਡੇ ਦਰਬਾਰ ਸਾਹਿਬ ਦੇ ਵਿੱਚ ਕਿਉਂ ਵੜੀ ਗਈ। ਜਿਹੜੀ ਪੁਲਿਸ ਹੈ ਉਹ ਚੋਰ ਚੱਕਿਆਂ ਨੂੰ ਫੜਨ ਲਈ ਹੁੰਦੀ ਹੈ, CRP ਹੈ ਜਿਹੜੀ ਉਹ ਆਮ ਦੰਗਿਆਂ ਨੂੰ ਰੋਕਣ ਲਈ ਹੁੰਦੀ ਹੈ, ਉਹ ਸਾਡੇ ਦਰਬਾਰ ਸਾਹਿਬ ਵਿੱਚ ਕਿਉਂ ਵੜੀ ਗਈ। ਇਹ ਸਾਨੂੰ ਜਵਾਬ ਦਿੱਤਾ ਜਾਵੇ, ਕਿਉਂ ਵੜੀ ਗਈ, ਇਹਦਾ ਕਾਰਨ ਕੀ ਸੀਗਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਨਾ ਕਿਸੇ ਹਿੰਦੂ ਨੂੰ, ਨਾ ਕਿਸੇ ਮੁਸਲਮਾਨ ਨੂੰ, ਨਾ ਕਿਸੇ ਈਸਾਈ ਨੂੰ, ਕਿਸੇ ਨੂੰ ਤੰਗ ਹੀ ਨਹੀਂ ਕੀਤਾ। ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਨਾਲ ਧੱਕਾ ਹੋ ਰਿਹਾ। ਉਹਨਾਂ ਨੇ ਕਿਹਾ ਸੀ ਕਿ ਸਾਡੇ ਹੈੱਡਵਰਕ ਸਾਤੇ ਤੋਂ ਖੋਲ੍ਹੇ ਆ। ਉਹਨਾਂ ਨੇ ਕਿਹਾ ਸੀ ਸਾਡੇ ਤੋਂ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ ਆ। ਉਹਨਾਂ ਨੇ ਕਿਹਾ ਸੀ ਸਾਡੀ ਨੌਜਵਾਨੀ ਪਤਤ ਪੁਣੇ ਬਣੀ ਜਾ ਰਹੀ ਹੈ।
ਉਸ ਨੂੰ ਰੋਕਿਆ ਜਾਵੇ। ਉਹ ਪ੍ਰਚਾਰ ਕਰਦੇ ਸੀ। ਉਹਨਾਂ ਨੇ ਕਿਹਾ ਸੀ ਕਿ ਸਾਡਾ ਚੰਡੀਗੜ੍ਹ ਕਿੱਧਰ ਚਲਾ ਗਿਆ। ਉਹਨਾਂ ਨੇ ਕਿਹਾ ਸੀ ਕਿ ਸਾਡੇ ਭਾਅ ਸੀ, ਜਿਹੜੇ ਸਟੇਟ ਦਾ ਸਬਜੈਕਟ ਸੀਗਾ, ਇਹ ਭਾਵਾਂ ਦੇ ਹੱਕ ਸਾਡੇ ਤੋਂ ਖੋਹ ਲਏ ਗਏ ਆ। ਉਹਨਾਂ ਨੇ ਇਹ ਕਿਹਾ ਸੀ ਕਿ ਜੇ ਸਾਡਾ ਆਨੰਦਮਈ ਐਕਟ ਖੋਲ੍ਹਿਆ, ਉਹਨਾਂ ਨੇ ਇਹੀ ਕਿਹਾ ਸੀ ਕਿ ਇਹ ਸਾਡੇ ਨਾਲ ਬੇਰੁਖੀਆਂ ਕਿਉਂ ਹੋ ਰਹੀਆਂ। ਸਾਡੀ ਮਾਤ ਭਾਸ਼ਾ ਨੂੰ ਜਿਹੜਾ ਦਰਜਾ ਸੀ, ਪੰਜਾਬੀ ਮਾਂ ਬੋਲੀ ਸੀ, ਉਹਨੂੰ ਕਿਤੇ ਦੂਜਾ ਦਰਜਾ ਦਿੱਤਾ ਜਾਂਦਾ ਹੈ, ਕਿਸੇ ਤੀਜਾ ਦਰਜਾ ਦਿੱਤਾ ਜਾਂਦਾ ਹੈ। ਉਹ ਸਾਡੇ ਦਰਜੇ ਕਿਉਂ ਖੋਏ ਗਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਜਿਹੜੀਆਂ ਹੱਕੀ ਮੰਗਾਂ ਰੱਖੀਆਂ ਸੀਗੀਆਂ, ਉਹ ਮੰਗਾਂ ਮੰਗਣ ਦੀ ਬਜਾਏ ਹਿੰਦ ਹਕੂਮਤ ਨੇ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ, ਇਹਦੇ ਕੀ ਕਾਰਨ ਹੈ, ਇਹ ਪੂਰੀ ਦੁਨੀਆ 'ਚ ਦੱਸਿਆ ਜਾਵੇ। ਸਾਡਾ ਤੋਸ਼ਾਖਾਨਾ ਕਿਉਂ ਲੁੱਟਿਆ ਗਿਆ, ਦੱਸਿਆ ਜਾਵੇ। ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹਜੇ ਤੱਕ ਨਹੀਂ ਮੋੜੀ, ਉਹਦੇ ਬਾਰੇ ਦੱਸਿਆ ਜਾਵੇ। ਇਹ ਕਿਉਂ ਕੀਤਾ, ਇਹ ਜਵਾਬ ਮੰਗਦੀ ਹੈ ਕੌਮ, ਜਵਾਬ ਮੰਗਦੀ ਹੈ। ਠਾ ਦੇਣੇ ਇੱਕ ਮੰਗ ਰੱਖੇ, ਉਹਦਾ ਦਰਬਾਰ ਸਾਹਿਬ 'ਤੇ ਹਮਲਾ ਕਰ ਦੇਵੇ। ਕਿਉਂ ਜੇ ਕਹਿੰਦੇ ਦਰਬਾਰ ਸਾਹਿਬ 'ਚ ਕਿਉਂ ਆਏ? ਸੰਤ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਸੀ, ਜਿਹੜੀ ਟਕਸਾਲ ਦਾ ਮੁਖੀ ਬਾਬਾ ਦੀਪ ਸਿੰਘ ਸੀਗਾ। ਉਹ ਦਰਬਾਰ ਸਾਹਿਬ 'ਚ ਆ ਸਕਦਾ ਸੀ, ਉਹ ਬੈਠ ਸਕਦਾ ਸੀ। ਜੇ ਸਿੱਖ ਦਰਬਾਰ ਸਾਹਿਬ 'ਚ ਨਹੀਂ ਆਉਣਗੇ, ਅਕਾਲ ਤਖਤ ਨਹੀਂ ਆਉਣਗੇ, ਉੱਥੇ ਆਪਣਾ ਪ੍ਰਚਾਰ ਨਹੀਂ ਕਰਨਗੇ। ਕਿਉਂਕਿ ਅਕਾਲ ਤਖਤ 'ਤੇ ਕਹਿੰਦੇ ਧਰਮ ਤੇ ਸਿਆਸਤ, ਜੇ ਅਕਾਲ ਤਖਤ 'ਤੇ ਸਿਆਸੀ ਗੱਲ ਨਹੀਂ ਹੋਊਗੀ ਤੇ ਗੁਰੂ ਜਿਹੜੇ ਪਹਿਲੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਨੇ ਕਿਹਾ ਬਾਬਰ ਤੂੰ ਜਾਬਰ ਹੈ। ਬੀਬੀਆਂ ਨੂੰ ਕਿਹਾ, ਬੀਬੀਆਂ ਨੂੰ ਬਾਰੇ ਕੀ ਕਿਹਾ? ਬੀਬੀਆਂ ਨੂੰ ਕੋਈ ਕਹਿੰਦਾ ਸੀ ਕਿ ਪੈਰ ਦੀ ਜੁੱਤੀ ਹੈ, ਕੋਈ ਕਹਿੰਦਾ ਸੀ ਨਾਗਨੀ ਹੈ, ਕੋਈ ਕਹਿੰਦਾ ਬੇਵਫਾ ਸੀ। ਉਹਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਦੂਜੀ ਪਾਤਸ਼ਾਹੀ ਨੇ ਸਾਨੂੰ ਗੁਰਮੁਖੀ ਲਿਪੀ ਦਿੱਤੀ, ਤੀਜੇ ਪਾਤਸ਼ਾਹ ਨੇ ਸੰਗਤ ਪੰਗਤ ਦਿੱਤੀ, ਚੌਥੇ ਪਾਤਸ਼ਾਹ ਨੇ ਸਾਨੂੰ ਹਰਮੰਦਰ ਸਾਹਿਬ ਦਿੱਤਾ, ਪੰਜਵੇਂ ਪਾਤਸ਼ਾਹ ਨੇ ਸਾਨੂੰ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਦਿੱਤਾ, ਤੇ ਛੇਵੇਂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਕਿ ਤੇਰਾ ਭਾਣਾ ਮਿੱਠਾ ਲਾਗੇ ਨਾਨਕ ਨਾਮ ਪਦਾਰਥ ਮੰਗੇ। ਤੇ ਛੇਵੇਂ ਪਾਤਸ਼ਾਹ ਨੇ 1608 ਦੇ ਵਿੱਚ ਸਾਨੂੰ ਮੀਰੀ ਤੇ ਪੀਰੀ ਇਕੱਠੀ ਕੀਤੀ ਤੇ ਧਰਮ ਤੇ ਸਿਆਸਤ ਕੀਤੀ। ਤੇ ਸੰਤ ਜਰਨੈਲ ਸਿੰਘ ਇੱਥੇ ਕਾਲ ਤਖਤ ਤੇ ਬੈਠ ਕੇ ਮੀਰੀ ਤੇ ਪੀਰੀ ਦੀ ਗੱਲ ਕਰਨੀ, ਉਹ ਵਿਧਾਨਕ ਸੀ, ਉਹ ਜਮਹੂਰੀਅਤ ਪਸੰਦ ਸੀ ਕਿ ਉਹਨਾਂ ਨੇ ਗੱਲਾਂ ਕੀਤੀਆਂ। ਫਿਰ ਮੈਂ ਤੁਹਾਨੂੰ ਦੱਸਾਂ, ਤੇ ਉਸ ਤੋਂ ਬਾਅਦ ਜਿਹੜੇ ਸਾਡੇ ਤੇ ਜ਼ਬਰ ਕੀਤੇ, ਇਹ ਕਿਉਂ ਕੀਤੇ? ਅਸਲ ਵਿੱਚ ਸਾਨੂੰ ਸੋਚਣੀ ਚਾਹੀਦੀ ਹੈ ਕਿ ਇਹ ਅਸਲ ਵਿੱਚ ਵਜ੍ਹਾ ਕੀ ਹੈ ਕੌਮ ਦੀ, ਇਹ ਸਾਰੀਆਂ ਪ੍ਰੋਬਲਮ ਕਿਉਂ ਪੈਦਾ ਹੋਈਆਂ। ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿੰਨਾ ਚਿਰ ਇਹ ਅਸੀਂ ਅਕੀਦੇ ਦੇ ਨਾਲ ਨਹੀਂ ਜੁੜਦੇ, ਉਸ ਇਤਿਹਾਸ ਦੇ ਨਾਲ ਨਹੀਂ ਜੁੜਦੇ, ਸਾਰੀ ਗੱਲ ਦੀ ਇਹ ਸਮਝ ਤੁਹਾਨੂੰ ਕਿਸੇ ਨੂੰ ਨਹੀਂ ਆਉਂਦੀ। ਕਿਉਂਕਿ ਜਦੋਂ ਸਭ ਤੋਂ ਪਹਿਲਾਂ ਅਸੀਂ ਸਾਰੇ ਬੰਦੇ ਮਜਾਰੇ ਸੀ, ਜ਼ਮੀਨਾਂ ਦੇ ਮਾਲਕ ਨਹੀਂ ਸੀ। ਹਿੰਦੂ ਵੀ ਮਜਾਰਾ ਸੀ, ਮੁਸਲਮਾਨ ਤੇ ਅਸੀਂ ਸਾਰੇ ਸਿੱਖ ਮਜਾਰੇ ਸੀ। ਪਹਿਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ, ਪਹਿਲੀ ਬਾਦਸ਼ਾਹੀ ਆਈ, ਉਹਨਾਂ ਨੇ ਸਾਨੂੰ ਬੇਜ਼ਮੀਨਿਆਂ ਤੋਂ ਜ਼ਮੀਨਾਂ ਦੇ ਮਾਲਕ ਮਾ ਕੇ ਹਿੱਕ ਚੌੜੀ ਕਰਤੀ। ਦੂਜੀ ਬਾਦਸ਼ਾਹੀ ਸਰਦਾਰ ਬਘੇਲ ਸਿੰਘ ਦੀ ਆਈ, ਉਹਨਾਂ ਨੇ ਜਿੰਨੇ ਗੁਰਦੁਆਰਾ ਸਾਹਿਬ ਨੂੰ ਜਗ੍ਹਾ, ਜਿਹੜੀ ਪਾਰਲੀਮੈਂਟ ਹੈ ਇੰਡੀਆ ਦੀ, ਇਹ ਜਗ੍ਹਾ ਸਾਰੀ ਸਿੱਖ ਕੌਮ ਤੇ ਗੁਰੂ ਘਰਾਂ ਦੇ ਨਾਂ ਲਵਾ ਕੇ ਸਿੱਖ ਕੌਮ ਦਾ ਝੰਡਾ ਬੁਲੰਦ ਲਾਲ ਕਿਲੇ ਦੇ ਝੰਡਾ ਚੜਾਇਆ ਉਹਨਾਂ ਨੇ। ਉਸ ਤੋਂ ਬਾਅਦ ਤੀਜੀ ਬਾਦਸ਼ਾਹੀ ਆਈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਾਂਸੀ ਉਹਨੂੰ ਲੱਗਦੀ ਸੀ ਜਿਹੜਾ ਬੀਬੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ, ਫਾਂਸੀ ਨਹੀਂ ਲੱਗਦੀ ਸੀ। ਉਹਨਾਂ ਦੇ ਰਾਜ ਵਿੱਚ ਨਾ ਮੰਦਰ ਟਿਆ, ਨਾ ਮਸਜਿਦ ਟਈ, ਨਾ ਗਿਰਜਾ ਘਰ ਟਿਆ। ਉਹ ਜਦੋਂ ਗਰੀਬਾਂ ਦੇ ਘਰੇ ਅੰਨ ਮੁੱਕ ਜਾਂਦਾ ਸੀ, ਗਰੀਬਾਂ ਦੇ ਘਰੇ ਕੋਈ ਐਸੀ ਗੱਲ ਹੁੰਦੀ ਸੀ, ਉਹ ਫਿਰ ਆਪ ਜਾਂਦਾ ਸੀ। ਫਿਰ ਜਦੋਂ ਕਰਪਸ਼ਨ ਹੁੰਦੀ ਸੀ, ਉਹ ਆਪ ਜਾ ਕੇ ਦੇਖਦਾ ਸੀ ਕਰਪਸ਼ਨ ਤਾਂ ਨਹੀਂ ਰਾਜ ਹੋਈ। ਤੇ ਜਦੋਂ ਉਹਨੂੰ ਕਰਪਸ਼ਨ ਦੀ ਰਿਪੋਰਟ ਮਿਲ ਜਾਂਦੀ ਸੀ, ਫਿਰ ਉਹ ਕੀ ਕਰਦਾ ਸੀ, ਫਿਰ ਇੱਕ ਕੁੱਤਾ ਲੈਂਦਾ ਸੀ, ਕੁੱਤੇ ਦੇ ਗਲ 'ਚ ਕੈਂਠਾ ਪਾ ਦਿੰਦਾ ਸੀ, ਉਹ ਪੂਰੇ ਆਪਣੀ ਲਕਾਈ 'ਚ ਭੇਜਦਾ ਸੀ। ਜੇ ਕੁੱਤਾ ਤੇ ਕੈਂਠਾ ਸੋਨੇ ਦਾ ਵਾਪਸ ਮੁੜਿਆ, ਉਹ ਕਹਿੰਦਾ ਸੀ ਮੇਰਾ ਰਾਜ ਵਾਪਸ ਆ। ਜਿਸ ਤਰੀਕੇ ਅੱਜ ਤੁਸੀਂ ਕੁੱਤਾ ਤਾਂ ਕੀ ਭੇਜਣਾ ਸੀ, ਤੁਸੀਂ ਇੱਕ ਕੁੱਤਾ ਲੈ ਲਓ ਹਲਕਿਆ, ਉਹਦਾ ਮੂੰਹ ਬੰਨ੍ਹ ਦਿਓ, ਉਹਦੇ ਗਲ 'ਚ ਸੋਨੇ ਦਾ ਕੀ ਪਾਉਣਾ ਸੀ, ਤਾਂਬੇ ਦਾ ਕੈਂਠਾ ਲੈ ਕੇ ਜਾਂ ਲੋਹੇ ਦਾ ਕੈਂਠਾ ਉਹਨੂੰ ਝੋਲ ਚੜਾ ਦਿਓ, ਤੇ ਫਿਰ ਨਾ ਕੁੱਤਾ ਲੱਭਦਾ ਨਾ ਕੈਂਠਾ ਲੱਭਦਾ। ਤੁਸੀਂ ਇਕੱਲਾ ਕੁੱਤਾ ਹੀ ਛੱਡ ਦਿਓ, ਚੰਗੀ ਨਸਲ ਦਾ ਤੁਹਾਡਾ ਕੁੱਤਾ ਹੀ ਨਹੀਂ ਲੱਭਦਾ। ਇਹ ਐਸੀਆਂ ਗੱਲਾਂ ਸੀ। ਉਹ ਜਦੋਂ ਰਾਜ ਸਾਡਾ ਡੋਗਰਿਆਂ ਦੀ ਨਲੇਕੀ ਦੇ ਕਾਰਨ, ਸਾਡਾ ਡੋਗਰਿਆਂ ਦੀ ਬੇਵਫਾਈ ਦੇ ਕਾਰਨ, ਉਹਨਾਂ ਦੀ ਗਦਾਰੀ ਦੇ ਕਾਰਨ ਸਾਡਾ ਜਦੋਂ ਰਾਜ ਚਲਾ ਗਿਆ ਤੇ ਫਿਰ ਅਸੀਂ ਸਾਰੇ 1840 ਦੇ ਵਿੱਚ ਸਾਡਾ ਰਾਜ ਚਲਾ ਗਿਆ, ਅਸੀਂ ਸਾਰੇ ਗੁਲਾਮ ਹੋ ਗਏ। ਉਸ ਤੋਂ ਬਾਅਦ ਰਾਜ ਦੀ ਤੜਫ
ਚੱਲਦੀ ਰਹੀ। ਅੰਗਰੇਜ਼ਾਂ ਦਾ ਰਾਜ ਆ ਗਿਆ। ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵਿੱਚ ਸਿੱਖ ਕੌਮ ਦੇ ਨਾਲ ਬਹੁਤ ਵੱਡੀਆਂ ਧੱਕੇਸ਼ਾਹੀਆਂ ਕੀਤੀਆਂ, ਬੇਵਫਾਈਆਂ ਦਾ ਜ਼ਬਰ ਕੀਤਾ। ਇੱਕ ਆਜ਼ਾਦੀ ਦੀ ਲਹਿਰ ਚੱਲੀ, ਆਜ਼ਾਦੀ ਦੀ ਲਹਿਰ ਚੱਲੀ, ਨਾਅਰਾ ਲਾਇਆ ਅੰਗਰੇਜ਼ ਭਜਾਓ ਤੇ ਇੰਡੀਆ ਆਜ਼ਾਦ ਕਰਾਓ, ਅੰਗਰੇਜ਼ ਭਜਾਓ ਤੇ ਦੇਸ਼ ਬਚਾਓ ਨਾਅਰਾ ਗੂੰਜਿਆ। ਉਹਦੇ ਵਿੱਚ ਸਿੱਖਾਂ ਨੇ ਬੜੀ ਵੱਡੀ ਕੁਰਬਾਨੀ ਕਰ ਦਿੱਤੀ। ਜਦੋਂ ਐਡੀ ਵੱਡੀ ਕੁਰਬਾਨੀ ਕਰਤੀ ਤਾਂ ਸੀ। ਵੇਖੋ ਉਸ ਵਕਤ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਉਦੋਂ ਨਾ ਤਾਂ ਕੋਈ ਹਿੰਦੂ ਰਾਜ ਸੀਗਾ, ਹਿੰਦੂ ਵੀਰਾਂ ਦਾ ਰਾਜ ਹੀ ਨਹੀਂ ਸੀਗਾ। ਉਸ ਤੋਂ ਬਾਅਦ ਨਾ ਮੁਸਲਮਾਨਾਂ ਦਾ ਰਾਜ ਹੀ ਹੈ ਨਹੀਂ ਸੀਗਾ। ਉਦੋਂ ਅਸੀਂ ਗੁਲਾਮ ਸੀ, ਮੁਸਲਮਾਨ ਗੁਲਾਮ ਸੀ, ਹਿੰਦੂ ਗੁਲਾਮ ਸੀ, ਸਿੱਖ ਗੁਲਾਮ ਸੀ। 3 ਕੌਮਾਂ ਕਿਹਦੀਆਂ ਗੁਲਾਮ ਸੀ? ਅੰਗਰੇਜ਼ ਦੀਆਂ ਗੁਲਾਮ ਸੀਗੀਆਂ। ਆਜ਼ਾਦੀ ਦੀ ਲਹਿਰ ਚੱਲੀ, ਆਜ਼ਾਦੀ ਦੀ ਜਦੋਂ ਲਹਿਰ ਚੱਲੀ ਤੇ ਉਸ ਵੇਲੇ ਅੰਗਰੇਜ਼ ਨੇ ਸਾਡੇ ਨਾਲ, ਜਦੋਂ ਸਾਡਾ ਰਾਜ ਗਿਆ ਸੀ, ਅੰਗਰੇਜ਼ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮਹਾਰਾਜਾ ਦਲੀਪ 21 ਸਾਲ ਦਾ ਹੋ ਜਾਊਗਾ ਕਿ ਤੁਹਾਡਾ ਰਾਜ ਤੁਹਾਨੂੰ ਬੜੀ ਇੱਜ਼ਤ ਦੇ ਨਾਲ ਵਾਪਸ ਕੀਤਾ ਜਾਊਗਾ। ਅੰਗਰੇਜ਼ ਨੇ ਸਾਡੇ ਨਾਲ ਬਹੁਤ ਵੱਡੀ ਬੇਰੁਖੀ ਤੇ ਸਾਡੇ ਨਾਲ ਬਹੁਤ ਵੱਡੀ ਵਧੀਕੀ ਕੀਤੀ ਕਿ ਉਹ ਗਾਂਧੀ ਦੇ ਢਾਈ ਚੜ੍ਹ ਗਿਆ, ਜਵਾਹਰ ਲਾਲ ਨਹਿਰੂ ਦੇ ਢਾਈ ਚੜ੍ਹ ਗਿਆ ਤੇ ਸਾਡੇ ਲੀਡਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਇਹਨਾਂ ਦੀਆਂ ਵਿਸ਼ਵਾਸ ਦੇ ਵਿੱਚ ਆ ਗਏ ਤੇ ਇਹਨੂੰ ਵੱਡਾ ਭਰਾ ਮੰਨ ਲਿਆ ਕਿ ਸਾਨੂੰ ਬਾਅਦ ਚ ਵੰਡ ਕੇ ਦੇ ਦੂਗਾ। ਤੇ ਉਸ ਤੋਂ ਜਦੋਂ ਸਾਡੇ ਨਾਲ ਬਹੁਤ ਵੱਡੀ ਐਡੀ ਵੱਡੀ ਬੇਰੁਖੀ ਹੋਈ, ਬੇਰੁਖੀ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਕਿਉਂਕਿ ਇਹ ਬੇਰੁਖੀ ਕਿਉਂ ਕੀਤੀ? ਇਹਦੇ ਨਾਂ ਰਾਜ ਕਰਨ ਮਿਲ ਦੇ ਪਿੱਛੇ RSS ਬੈਠੀ ਸੀ, ਹੈ ਇੱਕ ਹਿੰਦੂ ਮਤਸਵੀ ਸੋਚ ਬੈਠੀ ਸੀ ਜਿਹੜੀ ਕਿ ਸਾਨੂੰ ਰਾਜ ਨੂੰ ਨਕਾਰਾ ਜੇ ਕਰਨਾ ਚਾਹੁੰਦੀ। ਜਿਸ ਤਰੀਕੇ ਡੋਗਰੇ ਜਿਹੜੇ ਹਿੰਦੂ ਮੈਂਟੈਲਿਟੀ ਵਾਲੇ ਸੀ ਉਹ ਵਿੱਚ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉਹਨੇ ਡੋਬਿਆ ਤੇ ਉਹਨਾਂ ਨੇ ਤਾਂ ਵਿਸ਼ਵਾਸ ਕੀਤਾ ਇਹਨੂੰ ਡੋਬਿਆ। ਤੇ ਇਹਨਾਂ ਨੇ ਫਿਰ ਕੀ ਕੀਤਾ? ਉਸ ਵੇਲੇ ਸਾਡੇ ਨਾਲ ਵਾਅਦਾ ਕੀਤਾ ਕਿ ਉੱਤਰੀ ਭਾਰਤ ਦੇ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਊਗਾ ਜਿਹਦੇ 'ਚ ਡਾਕ ਭਾਗ, ਫੌਜ, ਰੇਲ ਤੇ ਕਰੰਸੀ ਥੋੜੀ ਹੋਊਗੀ, ਬਾਕੀ ਝੰਡਾ ਸਾਡਾ ਲਹਿਦਾ ਹੋਊਗਾ, ਸਟੇਟ ਸਬਜੈਕਟ ਸਾਡੇ ਹੋਣਗੇ, ਅਸੀਂ ਆਮ ਮਿਥਾਂਗੇ, ਹੈਡਵਰਕ ਸਾਡੇ ਹੋਣਗੇ, ਪੰਜਾਬੀ ਬੋਲਦੇ ਇਲਾਕੇ ਹੋਣਗੇ। ਤੇ ਫਿਰ ਸਾਡੇ ਨਾਲ ਗੁਰਮੁਖੋ ਧੱਕਾ ਕੀਤਾ। ਉਸ ਵੇਲੇ ਹਿੰਦੂ ਆਜ਼ਾਦ ਹੋ ਗਿਆ, ਇੰਡੀਆ ਮਿਲ ਗਿਆ ਤੇ ਮੁਸਲਮਾਨ ਨੂੰ ਪਾਕਿਸਤਾਨ ਮਿਲ ਗਿਆ, ਆਜ਼ਾਦ ਹੋ ਗਿਆ। ਸਿੱਖ ਕੌਮ ਲਾਰਿਆਂ ਦੇ ਵਿੱਚ ਗੁਲਾਮ ਹੋ ਰਹੀ। ਅਸੀਂ ਪਹਿਲਾਂ ਹਿੰਦੂ ਮੁਸਲਮਾਨ ਅਸੀਂ ਇਕੱਲੇ ਅੰਗਰੇਜ਼ ਦੇ ਗੁਲਾਮ ਸੀ ਤੇ ਫਿਰ ਭਾਈ ਅਸੀਂ ਸਾਰੇ ਗੁਲਾਮੀ ਚੋਂ ਕੀ ਨਿਕਲੇ? ਅਸੀਂ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲ ਕੇ ਇੱਕ ਤਾਂ ਮੁਸਲਮਾਨ ਦੀ ਗੁਲਾਮੀ 'ਚ ਫਸ ਗਏ, ਇੱਕ ਹਿੰਦੂ ਦੀ ਗੁਲਾਮੀ 'ਚ ਫਸ ਗਏ। ਹਿੰਦੂ ਵੀ ਆਜ਼ਾਦ ਹੋ ਗਿਆ, ਮੁਸਲਮਾਨ ਵੀ ਆਜ਼ਾਦ ਹੋ ਗਿਆ। ਤੇ ਜਿਸ ਤੋਂ ਬਾਅਦ ਜਿਹਦਾ ਸਾਨੂੰ ਖਮਿਆਜਾ ਭੁਗਤਣਾ ਪਿਆ ਜਦੋਂ 16 ਅਗਸਤ 1947 ਆਈ ਤੇ ਸਾਰੇ ਖੁਸ਼ੀਆਂ ਮਨਾ ਰਹੇ ਸੀ, ਤੁਸੀਂ ਵੀ ਖੁਸ਼ੀਆਂ ਮਨਾ ਰਹੇ ਸੀ। ਕੁਝ ਸਿੱਖ ਉਸ ਵੇਲੇ ਭੁੱਲੜ ਸਿੱਖ ਜਿਨ੍ਹਾਂ ਨੇ ਸਰਦਾਰ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਦੀ ਨਹੀਂ ਮੰਨੀ। ਉਦੋਂ ਭੁਪਿੰਦਰ ਸਿੰਘ ਤੇ ਹੁਕਮ ਸਿੰਘ ਕਹਿੰਦੇ ਸੀ ਕਿ ਤੁਸੀਂ ਆਪਦਾ ਮੁਲਕ ਲਹਿਦਾ ਲੈ ਲਓ, ਕਿ ਇਹ ਤੁਸੀਂ ਬਾਅਦ ਤੋਂ ਵੇਖੋ, ਤੁਸੀਂ ਹਿੰਦੂ ਰਾਜ ਕਰਦਾ ਨਹੀਂ ਵੇਖਿਆ, ਤੁਸੀਂ ਹਿੰਦੂ ਗੁਲਾਮ ਵੇਖਿਆ। ਜਨਾਬ ਨੇ ਵੀ ਕਿਹਾ ਸੀ ਤੁਸੀਂ ਰਾਜ ਕਰਦੇ ਨਹੀਂ ਵੇਖਿਆ, ਜਦੋਂ ਰਾਜ ਆਇਆ ਉਦੋਂ ਤੁਸੀਂ ਵੇਖੋਗੇ। ਇਹ ਫਿਰ ਸਾਨੂੰ ਕੀ ਦਿੱਤਾ? ਸਾਨੂੰ ਤੋਹਫਾ ਕੀ ਦਿੱਤਾ? ਪਹਿਲਾ ਜਿਹੜਾ ਹੋਮ ਮਿਨਿਸਟਰੀ ਵੱਲਭ ਭਾਈ ਪਟੇਲ ਜਿਹੜਾ RSS ਦਾ ਬੰਦਾ ਸੀ, ਜਿਹੜੇ RSS ਦਾ ਉਹ ਕਾਂਗਰਸ ਦੇ ਵਿੱਚ ਸੀ, ਉਹਦਾ ਬੁੱਤ 3300 ਕਰੋੜ ਰੁਪਏ ਦਾ ਜਿਹੜਾ ਮੋਦੀ ਨੇ ਲਾਇਆ। ਜੇ ਉਹ ਕਾਂਗਰਸ ਦਾ ਹੁੰਦਾ ਉਹ ਨਹੀਂ ਸੀ ਲਾਉਣਾ, RSS ਦੀ ਘੁਸਪੈਠ ਕੀਤੀ ਹੋਈ ਸੀ। ਉਹਦਾ ਜਿਹੜਾ ਬੁੱਤ ਕਿੱਥੇ ਲਾਇਆ? ਬੁੱਤ ਲਾਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂਬਾ ਹੋਰ ਸਾਰਾ ਲੋਹਾ ਕਰਕੇ ਭੇਜਿਆ ਸਿੱਖ ਦੀਆਂ ਕਮਾਂ। ਉਹਨਾਂ ਨੇ ਕਿਹਾ ਸਿੱਖ ਕੌਮ ਇੱਕ ਜਰੈਮ ਪੇਸ਼ਾ ਕੌਮ ਹੈ, ਚੋਰਾਂ, ਧਾੜਵੀਆਂ ਤੇ ਠੱਗਾਂ ਦੀ ਕੌਮ ਕਹਿ ਦਿੱਤਾ। ਸਾਡਾ ਆਨੰਦ ਮਾਰਚ ਐਕਟ ਖੋਲ੍ਹਿਆ, ਸਾਡੇ ਨਾਲ ਵਧੀਕੀਆਂ ਹੁੰਦੀਆਂ ਗਈਆਂ, ਇੱਥੋਂ ਤੱਕ ਕਿ ਸਾਡੇ ਸਿੱਖ ਕੌਮ ਤੇ ਬੜਾ ਵੱਡਾ ਜ਼ੁਲਮ ਹੋਇਆ। ਪੰਜਾਬੀ ਮੋਰਚਾ ਲੱਗਿਆ, ਉਸ ਤੋਂ ਬਾਅਦ ਕਪੂਰੀ ਦਾ ਮੋਰਚਾ ਲੱਗਿਆ। ਪ੍ਰਕਾਸ਼ ਸਿੰਘ ਬਾਦਲ ਨੇ, ਕੈਪਟਨ ਅਮਰਿੰਦਰ ਸਿੰਘ ਨੇ ਤੇ ਸਾਰੇ ਜਗਮੀਤ ਸਿੰਘ ਬਾਰੜ ਔਰ ਸਾਰੇ ਰਲ ਕੇ ਸਾਡਾ ਇੰਦਰਾ ਗਾਂਧੀ ਨੇ ਰਲ ਕੇ ਸਾਡੀ ਕਪੂਰੀ ਦਾ ਜਿਹੜਾ ਮੋਰਚਾ ਲੱਗਿਆ, ਨਹਿਰ ਦੇ ਜਿਹੜੇ ਹੱਕ ਦਿੱਤੇ। ਬਰਨਾਲੇ ਸਰਕਾਰ ਨੇ ਦਲਾਲੀ ਦੇ ਵਿੱਚ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਾਇਆ। ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਸ ਮੋਰਚੇ ਦੀ ਅਗਵਾਈ ਕੀਤੀ। ਮੋਰਚੇ ਤੋਂ ਬਾਅਦ 78 ਦੇ ਵਿੱਚ ਸਾਡੇ 13 ਸਿੰਘਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ। 13 ਸਿੰਘਾਂ ਨੂੰ ਨਿਰੰਕਾਰੀਆਂ ਨੇ, ਉਹ ਕੀ ਸੀ? ਸਿੰਘਾਂ ਦੀ ਕੋਈ ਆਪਦੀ ਘਰ ਦੀ ਨਹੀਂ ਲੜਾਈ ਸੀ, ਨਾ ਵੱਟ ਦੀ ਨਹੀਂ ਸੀ। ਨਿਰੰਕਾਰੀ ਜਿਹੜਾ ਗੁਰਬਚਨਾ ਸੀ ਉਹ ਬਰਾਬਰ ਬਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਬਰਾਬਰ ਸਿੱਖਾਂ ਨੇ ਬੜੀ ਵੱਡੀ ਲੜਾਈ ਲੜੀ। 13 ਸਿੰਘ ਸ਼ਹੀਦ ਕਰਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਆਪਣੀ ਗੱਡੀ ਦੇ ਵਿੱਚ ਅੰਬੈਸਡਰ ਦੇ ਵਿੱਚ ਬਹਾ ਕੇ ਸੁਰਖਰੂ ਹੋ ਕੇ ਉਹਨਾਂ ਨੇ ਕਿੱਥੋਂ ਕੱਢ ਕੇ ਬਾਅਦ ਭੇਜ ਦਿੱਤਾ ਪੰਜਾਬ ਨੂੰ ਅੱਗ ਲਾਈ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਉਸ ਤੋਂ ਬਾਅਦ ਇਹ ਗੱਲ ਵੱਧਦੀ ਗਈ
ਤੇ ਸੰਤ ਜਰਨੈਲ ਸਿੰਘ ਭਿੰਡਾਂ ਵਾਲੇ ਇੱਥੇ ਬੈਠ ਕੇ, ਮੈਂ ਪਹਿਲਾਂ ਦੱਸਿਆ, ਉਹ ਮਾਨਵਤਾ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਸੱਚਦੀ, ਕੌਮ ਦੇ ਹੱਕਾਂ ਦੀ ਗੱਲ ਕਰਦੇ ਸੀ, ਨੌਜਵਾਨਾਂ ਦੀ ਕਰਦੇ ਸੀ, ਬੀਬੀਆਂ ਦੀਆਂ ਗੱਲਾਂ ਕਰਦਾ ਸੀ। ਉਹਨਾਂ ਨੇ ਨਾ ਕਦੇ ਹਿੰਦੂ ਨੂੰ ਤੰਗ ਕੀਤਾ, ਨਾ ਕਦੇ ਮੁਸਲਮਾਨ ਨੂੰ ਕੀਤਾ। ਉਹਨੇ ਅਸੂਲ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਵਧੀਆ ਮੁਸਲਮਾਨ ਹੈ ਜਿਹੜਾ ਮੁਸਲਮਾਨ ਬਣ ਕੇ ਰਵੇ, ਵਧੀਆ ਹਿੰਦੂ ਹੈ ਜਿਹੜਾ ਹਿੰਦੂ ਬਣ ਕੇ ਜਾਵੇ, ਤੇ ਜਿਹੜਾ ਸਿੱਖ ਹੈ ਉਹ ਵਧੀਆ ਸਿੱਖ ਬਣ ਕੇ ਰਵੇ। ਉਸੇ ਤਰੀਕੇ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਆ। ਤੇ ਫਿਰ ਇਹ ਜਦੋਂ ਸਾਡੀਆਂ ਹੱਕਾਂ ਮੰਗਾਂ ਦੀ ਗੱਲ ਕੀਤੀ, ਤੇ ਸਾਡਾ ਇੰਦਰਾ ਗਾਂਧੀ ਨੇ, ਬੀਜੇਪੀ ਨੇ, RSS ਦੇ ਬਰਤਾਨੀਆ ਨੇ, ਬਾਦਲ ਨੇ, ਰਾਮੂ ਵਾਲੀਏ ਨੇ, ਟੌੜੇ ਨੇ, ਬਲਵੰਤ ਸਿੰਘ ਨੇ, ਤੇ ਸਾਰੀ ਚੰਡਾਲ ਚੌਂਕੜੀ ਨੇ ਜਿਹੜੀ ਪੰਥ ਦੀ ਪਹਿਰੇਦਾਰ ਬਣੀ ਹੈ, ਜਿਹੜੀ ਸਿਰਸੇ ਵਾਲੇ ਸਾਧ ਨੂੰ ਹੁਣ ਵੀ ਪਨਾਹ ਦੇ ਰਹੀ ਹੈ। ਜਿਸ ਤਰੀਕੇ ਸਿਰਸੇ ਵਾਲੇ ਸਾਧ ਨੂੰ ਬਚਾਇਆ, ਉਸੇ ਤਰੀਕੇ ਨਿਰੰਕਾਰੀ ਨੂੰ। 2007 'ਚ ਪੋਸ਼ਾਕ ਕਿਹਦੀ ਪਾਈ? ਪੋਸ਼ਾਕ ਕਰਕੇ ਉੱਥੇ ਜਾਮੇ ਇੰਸਾਂ ਸਲਾਬਤਪੁਰੀ ਦੀ ਧਰਤੀ ਤੇ, ਸਲਾਬਤਪੁਰੇ ਦੀ ਧਰਤੀ ਤੇ 2.5 ਘੰਟੇ ਗੁੰਡਾਗਰਦੀ ਦਾ ਨਾਚ ਹੁੰਦਾ ਰਿਹਾ। IB ਕਿੱਥੇ ਸੀ? ਰੌਕ ਕਿੱਥੇ ਸੀ? ਸਟੇਟ ਇੰਟੈਲੀਜੈਂਸੀ ਕਿੱਥੇ ਸੀ? ਇਹ ਸਾਰੀਆਂ ਏਜੰਸੀਆਂ ਕਿੱਥੇ ਸੀ? ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਰਕਾਰ ਸੀ, ਉਹਦੇ ਕੈਬਨਿਟ ਕਿੱਥੇ ਸੀ? ਉਹਦਾ ਹੋਮ ਮਿਨਿਸਟਰ ਕੀ ਕਰਦਾ ਸੀਗਾ? ਇਹ ਗੁੰਡਾਗਰਦੀ ਦਾ ਨਾਚ ਕਰਕੇ ਹਰਿਆਣਾ ਟਪਾ ਦਿੱਤਾ। ਤੇ ਫਿਰ ਉਸ ਤੋਂ ਬਾਅਦ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ, ਜਿਹਦਾ ਸੰਤਾਪ ਅਸੀਂ ਅੱਜ ਭੋਗ ਰਹੇ ਹਾਂ। ਇਹਨਾਂ ਨੂੰ ਬਚਾ ਕੇ ਭੇਜਿਆ ਤੇ ਸਿੱਖਾਂ ਨੂੰ ਕੁੱਟਿਆ, ਸਿੱਖਾਂ ਨੂੰ ਮਾਰਿਆ। ਇਹ ਵਧੀਕੀਆਂ 'ਚੋਂ ਸਾਰੀ ਗੱਲ ਨਿਕਲੀ। ਉਸ ਤੋਂ ਬਾਅਦ ਸਾਡੀਆਂ ਮੰਗਾਂ ਮੰਗਣ ਦੀ ਬਜਾਏ ਤੇ ਇਹਨਾਂ ਨੇ ਸਾਡਾ ਪੁਰਾਣਾ ਤੋਂ ਪਿਆਰਾ ਅਕਾਲ ਤਖਤ ਢਾਹ ਦਿੱਤਾ। ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕਰ ਦਿੱਤੀਆਂ। ਸਾਡੇ ਗਲਾਂ ਦੇ ਵਿੱਚ ਟਾਇਰ ਪਾ ਦਿੱਤਾ ਗਿਆ। ਅਸੀਂ ਰੋਂਦੇ ਕਰਲਾਉਂਦੇ ਰਹਿ ਗਏ। ਤੇ ਫਿਰ ਸਾਡੇ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਤੇ ਫਿਰ ਸਾਡੇ ਤੇ ਕੀ ਕੀਤਾ ਗਿਆ? ਸਾਡੇ 36 ਹੋਰ ਗੁਰਦੁਆਰਿਆਂ ਤੇ ਜਿਹੜਾ ਹਮਲਾ ਕਰ ਦਿੱਤਾ ਗਿਆ। ਤੇ ਸਾਡੀਆਂ ਮੰਗਾਂ ਤਾਂ ਮੰਨਣੀਆਂ ਸੀ, ਮੰਗਾਂ ਮੰਨਣ ਦੀ ਬਜਾਏ ਸਾਡੇ ਤੇ ਆ ਵੱਡਾ ਜ਼ੁਲਮ ਹੋਇਆ। ਤੇ ਫਿਰ ਸੰਤ ਜਰਨੈਲ ਸਿੰਘ ਜਿਹੜੇ ਦਿਨ ਨੂੰ ਅਸੀਂ ਰੋ ਰਹੇ ਹਾਂ, ਅਸੀਂ ਕਰਾ ਰਹੇ ਹਾਂ, ਤੇ ਦੂਜੇ ਪਾਸੇ BJP RSS ਵਾਲੇ, ਬਜਰੰਗ ਦਲ ਵਾਲੇ ਸਾਨੂੰ ਚੜਾ ਰਹੇ ਹੈ। ਇਹਦੇ ਪਿੱਛੇ RSS ਹੈ, ਇਹਦੇ ਪਿੱਛੇ ਇਹਨੂੰ ਕਿਉਂ ਨਹੀਂ ਰੋਕਿਆ ਜਾਂਦਾ? ਇਹਨਾਂ ਨੂੰ ਕਿਉਂ ਨਹੀਂ ਵਰਜਿਆ ਜਾਂਦਾ? ਇਹ ਕਿਹੜੀ ਸ਼ਕਤੀ ਹੈ ਇਹਨਾਂ ਨੂੰ ਸ਼ਹਿ ਦੇ ਰਹੀ ਹੈ? ਇਹ ਜਿਹੜੇ BJP RSS ਵਾਲੇ ਜਿਹੜੇ ਜਾਬਰ ਹੈ, ਜਿਹੜੇ ਆਪਣੇ ਪੰਥ ਵਿਰੋਧੀ ਹੈ, ਕੌਮ ਵਿਰੋਧੀ ਹੈ, ਇਹ ਬੰਦੇ ਕਹਿੰਦੇ ਮੈਂ ਸੰਤ ਜਿੱਦੇ ਸੰਤ ਸ਼ਹੀਦ ਹੋਏ ਤੇ ਉਹਦੇ ਇਹਨਾਂ ਨੇ ਕੁੱਤਾ ਮਾਰ ਕੇ ਇੱਥੇ ਘੜੀਸਿਆ ਤੇ ਲੱਡੂ ਵੰਡੇ। ਤੇ ਸੰਤ ਜਰਨੈਲ ਸਿੰਘ ਜਿਹੜਾ ਯੋਧਾ ਸਾਡਾ ਜਰਨੈਲ ਸੀ, ਉਹਨੂੰ ਕੁੱਤੇ ਦੇ ਨਾਲ ਤੁਲਨਾ ਕੀਤੀ। ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇੱਥੇ ਮੋਮਬੱਤੀਆਂ ਜਗਾਈਆਂ। ਉਸ ਤੋਂ ਬਾਅਦ ਇਹਨਾਂ ਨੇ ਜਰਨਲ ਵਿਦਿਆ ਦਾ ਜਨਮ ਦਿਨ ਮਨਾਇਆ। ਉਸ ਤੋਂ ਬਾਅਦ ਇਹਨਾਂ ਨੇ KPS ਗਿੱਲ ਦਾ ਜਿਹੜਾ ਜਨਮ ਦਿਨ ਮਨਾਇਆ, ਸਾਨੂੰ ਚੜਾਇਆ। ਤੇ ਹੁਣ ਵੀ ਕਹਿੰਦੇ ਕਿ ਅਸੀਂ ਸੰਤ ਭਿੰਡਰਾਂ ਵਾਲਿਆਂ ਦਾ ਜਿਹੜੀ ਇੱਥੇ ਹੈ ਗੱਲ ਨਹੀਂ ਹੋਣ ਦੇਣੀ, ਅਸੀਂ ਵਿਰੋਧ ਕਰਾਂਗੇ। ਇਹ ਰੋਜ਼ ਵਿਰੋਧ ਕਰਕੇ ਜਿਹੜੇ ਗੁਰੂ ਨੇ, ਗੁਰੂ ਤੇਗ ਬਹਾਦਰ ਨੇ ਇਹਨਾਂ ਨੂੰ ਸੁੰਨਤ ਹੋਣ ਤੋਂ ਬਚਾ ਲਿਆ, ਇਹਨਾਂ ਦਾ ਧਰਮ ਤਬਦੀਲ ਤੋਂ ਬਚਾ ਲਿਆ, ਆਪਣਾ ਸਿਰ ਦੇਤਾ। ਤੇ ਅੱਜ ਸਾਨੂੰ ਇਹ ਵੰਗਾਰ ਰਹੇ ਹੈ। ਨਾ ਕਾਂਗਰਸ ਸਰਕਾਰ ਰੋਕ ਰਹੀ ਹੈ, ਨਾ ਬਾਦਲ ਰੋਕ ਰਿਹਾ ਸੀ, ਨਾ BJP ਰਹੀ ਹੈ, ਨਾ ਮੋਦੀ ਰੋਕ ਰਿਹਾ। ਉਧਰ ਸਾਡੇ ਸਿੱਖ ਆਪਣੇ ਸਿੱਖਾਂ ਨੂੰ ਤਾਂ ਰੋਕ ਰਹੇ ਹੈ, ਪਰ ਇਹਨਾਂ ਨੂੰ BJP ਨਹੀਂ ਰੋਕ ਰਹੀ। ਤੇ ਫਿਰ ਇਹਦੇ ਦੇ ਸੰਬੰਧ ਦੇ ਵਿੱਚ ਫਿਰ ਇਹਨਾਂ ਨੂੰ ਜਾਬਰਾਂ ਨੂੰ ਨੱਥ ਕਿਉਂ ਨਹੀਂ ਪਾਈ ਗਈ? ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਫਿਰ ਕਹਿ ਦਿੱਤਾ ਸੀ, ਜਦੋਂ ਮੰਗਾਂ ਨਹੀਂ ਮੰਨੀਆਂ, ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹ ਸਾਡਾ ਵਧੀਕੀਆਂ ਸਾਡੀਆਂ ਸਿੱਖ ਕੌਮ ਨਾਲ ਬਹੁਤ ਹੋਈਆਂ, ਦਿਨ ਬ ਦਿਨ ਧੱਕੇ ਛਾਈਆਂ ਹੋ ਰਹੀਆਂ। ਤੇ ਹੁਣ ਤੁਸੀਂ ਵੇਖੋ ਕਿਸਾਨ ਬੈਠੇ ਆ, 3 ਕਾਲੇ ਕਾਨੂੰਨ ਜਿਹੜੇ ਕਿਸਾਨਾਂ ਨੇ ਮੰਗੇ ਨਹੀਂ ਉਹ ਜਾਣਬੁੱਝ ਕੇ ਦੇਤੇ। ਦੂਜੇ ਕਾਮਰੇਡ ਕਹਿ ਰਹੇ ਆ ਕਿ ਅਸੀਂ ਕ੍ਰਾਂਤੀਕਾਰੀ ਡੇ ਮਨਾਉਣਾ ਹੈ। ਇਹ ਕਾਹਦਾ ਕ੍ਰਾਂਤੀਕਾਰੀ ਡੇ ਬਣਾਉਂਦੇ ਆ? ਕਿਹੜੀ ਕ੍ਰਾਂਤੀ ਲਿਆਂਦੀ ਇਹਨਾਂ ਨੇ? ਮੈਨੂੰ ਦੱਸੋ। ਇਹ ਵੀ ਸਾਨੂੰ ਚੜਾਉਂਦੇ ਆ। ਕਾਮਰੇਡ ਕ੍ਰਾਂਤੀਕਾਰੀ ਡੇ ਤਾਂ ਮਨਾ ਰਹੇ ਆ ਕਿ ਜਦੋਂ ਸੋਵੀਅਤ ਰੂਸੀ ਕਾਮਰੇਡਾਂ ਨੇ ਸਾਰਾ ਦਰਬਾਰ ਸਾਹਿਬ ਢਾਇਆ, 45 ਮੈਂਬਰ ਆਫ ਪਾਰਲੀਮੈਂਟ ਸੀ, ਇਹਨਾਂ ਨੇ ਇੱਕ ਵੇਰੀ ਕਾਮਰੇਡਾਂ ਨੇ ਸਾਡੇ ਹੱਕ 'ਚ ਆਵਾਜ਼ ਬੁਲੰਦ ਨਹੀਂ ਕੀਤੀ। ਤੇ ਇਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ, BJP ਦਾ ਸਾਥ ਦਿੱਤਾ। ਤੇ ਹਰਕ੍ਰਿਸ਼ਨ ਸਰਜੀਤ ਸਦਾ ਹੀ ਕਾਂਗਰਸ ਦੇ ਨਾਲ ਰਿਹਾ। ਮੈਨੂੰ ਇੱਕ ਵੀ ਕਾਮਰੇਡ ਨੇ ਦੱਸੋ ਕਿਆ ਹੋਵੇ। ਤੇ ਉਹਨਾਂ ਨੇ ਕਿ ਕ੍ਰਾਂਤੀਕਾਰੀ ਡੇ ਕਾਹਦਾ ਮਨਾ ਰਹੇ ਆ? ਮੈਨੂੰ ਦੱਸੋ। ਇਹਨਾਂ ਨੇ ਪਾਣੀਆਂ ਦੀ ਗੱਲ ਕੀਤੀ ਹੈ ਕਦੇ? ਅੱਜ ਪਾਣੀਆਂ ਦੇ ਹੱਕ ਵੇਲੇ ਇਹ ਕਾਮਰੇਡਾਂ ਨੇ ਪਾਣੀਆਂ ਦੀ ਗੱਲ ਕੀਤੀ, ਨਾ ਪੰਜਾਬੀ ਬੋਲਦੇ ਸਾਡੇ ਕੋਲੋਂ ਇਲਾਕੇ ਖੋਲ੍ਹੇ ਆ, ਨਾ ਉਹਨਾਂ ਦੀ ਗੱਲ ਕੀਤੀ, ਨਾ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਉਹਨਾਂ ਦੀ ਗੱਲ ਕੀਤੀ। ਇਹਨਾਂ ਨੇ ਤਾਂ ਅੱਜ ਤੱਕ ਕਪੂਰੀ ਦਾ ਮੋਰਚਾ ਲੱਗਿਆ, ਇਹਨਾਂ ਨੇ ਕਿਸਾਨਾਂ ਦੀ ਗੱਲ ਇਹਨਾਂ ਨੇ ਕੀਤੀ। ਜਿਹੜਾ ਵਾਜਪਾਈ ਸੀ ਕਹਿੰਦਾ ਸੀ ਕਿ ਮੈਂ ਸਾਰੇ ਦਰਿਆਵਾਂ ਨੂੰ ਆਪਸ ਵਿੱਚ ਜੋੜ ਦੇਣਾ, ਕਿ ਜਿਹੜਾ ਕਿ ਪੰਜਾਬ ਦਾ ਵਿਰੋਧੀ ਸੀ ਨਾ ਉਹਨਾਂ ਦਾ ਵਿਰੋਧ ਕੀਤਾ। ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਉਜਾੜਾ ਕੀਤਾ, ਇੱਕ ਵੀ ਕਾਮਰੇਡ ਗੁਜਰਾਤ 'ਚ ਨਹੀਂ ਗਿਆ। ਕਿਸਾਨ ਯੂਨੀਅਨ ਅੰਮ੍ਰਿਤਸਰ ਤੇ ਅਸੀਂ ਸਾਰੇ ਜਾ ਕੇ ਆਵਾਜ਼ ਬੁਲੰਦ ਕੀਤੀ ਹੈ।
ਇਹ ਸਾਰੇ ਜਿਹੜੇ ਟੋਲੇ ਆ, ਪਰ ਅਸੀਂ ਤਾਂ ਭਾਵੇਂ ਆਜ਼ਾਦੀ ਮੰਗਦੇ ਆ, ਅਸੀਂ ਤਾਂ ਭਾਵੇਂ ਖਾਲਿਸਤਾਨ ਮੰਗਦੇ ਆ, ਆਪਣਾ ਘਰ ਮੰਗਦੇ ਆ, ਅਸੀਂ ਹਲੀਮੀ ਰਾਜ ਮੰਗਦੇ ਆ। ਸਾਡੇ ਨਾਲ ਜਿਹੜੇ ਏਡੇ ਵੱਡੇ ਧੱਕੇ ਹੋਏ ਆ, ਤੇ ਫਿਰ ਮੈਨੂੰ ਦੱਸੋ ਜਿਹੜੇ ਉਹ ਕਿਸਾਨ ਕਿਹੜਾ ਖਾਲਿਸਤਾਨ ਮੰਗਦੇ ਆ, ਉਹਨਾਂ ਦੀ ਗੱਲ ਕਿਉਂ ਨਹੀਂ ਮੰਨੀ ਗਈ? ਉਹਨਾਂ ਨੇ ਖਾਲਿਸਤਾਨ ਮੰਨਿਆ, ਉਹਨਾਂ ਦੀ ਗੱਲ ਕਿਉਂ ਨਹੀਂ ਮੰਨੀ ਗਈ? ਕਿਉਂ ਝੰਡੇ ਦਾ ਵਿਰੋਧ ਹੋਇਆ? ਕਿਉਂ ਖਾਲਸੇ ਦੇ ਨਿਸ਼ਾਨ ਦਾ ਵਿਰੋਧ ਹੋਇਆ? ਕਿਉਂ ਨਿਹੰਗਾਂ ਸਿੰਘਾਂ ਦਾ ਵਿਰੋਧ ਹੋਇਆ? ਤੇ ਕਿਉਂ ਲਾਲ ਕਿਲੇ ਤੇ ਜਿਹੜਾ ਝੰਡਾ ਹੋਇਆ ਉਹਦਾ ਵਿਰੋਧ ਹੋਇਆ? ਕਿਉਂ ਹੋਇਆ? ਇਹ ਇੱਕ ਗਿਣੀ ਮਿਤੀ ਸਾਜ਼ ਦੇ ਪਲੈਨਿੰਗ ਦੇ ਨਾਲ ਸਾਰਾ ਹੋ ਰਿਹਾ, ਤੇ ਇਸ ਕਰਕੇ ਇਹ ਸਾਡੇ ਨਾਲ ਬਹੁਤ ਵੱਡੀਆਂ ਵਧੀਕੀਆਂ। ਇਹ ਸਿੱਖ ਕੌਮ ਲਈ ਬਹੁਤ ਮੰਦਭਾਗਾ ਡੇ ਹੈ, ਬਹੁਤ ਮੰਦਭਾਗਾ ਦਿਨ ਹੈ, ਪਰ ਅਸੀਂ ਯੋਧੇ ਇਸ ਨੂੰ ਮਨਾਵਾਂਗੇ। ਦੂਜੇ ਪਾਸੇ ਜਦੋਂ ਅਸੀਂ 1984 ਤੋਂ ਬਾਅਦ, ਜਦੋਂ 1984 ਤੋਂ ਬਾਅਦ 85 ਆਇਆ, ਇਹ ਦਿਨ ਕਿਸੇ ਨੇ ਨਹੀਂ ਮਨਾਇਆ। 86 ਆਇਆ, ਇਹ ਇਹ ਜਿਹੜਾ ਜ਼ੁਲਮ ਹੋਇਆ ਨਹੀਂ ਮਨਾਇਆ। ਇਹ 87 ਆਇਆ, ਇਹਨਾਂ ਨੇ ਦਿਨ ਨਹੀਂ ਮਨਾਇਆ। 88 ਆਇਆ, ਇਹਨਾਂ ਨੇ ਦਿਨ ਨਹੀਂ ਮਨਾਇਆ। 99 ਆਇਆ, ਇਹਨਾਂ ਨੇ ਦਿਨ ਨਹੀਂ ਮਨਾਇਆ। 90 'ਚ ਸਰਦਾਰ ਸਿਮਰਜੀਤ ਸਿੰਘ ਮਾਨ ਆਏ, ਉਸ ਤੋਂ ਬਾਅਦ ਬੀਬੀ ਜਗੀਰ ਕੌਰ ਆਈ। ਅਸੀਂ ਕਿਹਾ ਕਿ ਅਸੀਂ ਘੱਲੂਘਾਰਾ ਜਿਹੜਾ ਦਿਵਸ ਹੈ, ਪਹਿਲਾਂ ਘੱਲੂਘਾਰਾ ਕਹਿੰਦੇ ਸੀ ਇਹਨੂੰ ਕਹਿੰਦੇ ਵੀ ਅਸੀਂ ਮਨਾਉਣਾ, ਅਸੀਂ ਅਰਦਾਸ ਕਰਨੀ ਚਾਹੀ। ਆ ਇੱਕ ਜ਼ਾਲਮ ਬੀਬੀ ਜਿਹੜੀ ਹੈ, ਜਿਹੜੀ ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਹੈ, ਜਿਹੜੀ ਕਿ ਸਿੱਖ ਸਿਧਾਂਤਾਂ ਦੇ ਬਿਲ ਅਨੁਕੂਲ ਨਹੀਂ ਹੈ, ਤੇ ਆ ਜਿੱਥੇ ਮਾਤਾ ਗੰਗਾ ਜੀ ਨਿਵਾਸ ਹੈ, ਇਸ ਜਗ੍ਹਾ ਤੇ ਸਾਡਾ ਦਫ਼ਤਰ ਸੀਗਾ। ਤੇ ਜਦੋਂ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇਹਦੇ ਸਾਰੇ ਅਮਲੇ ਨੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਇੱਥੇ ਅਖੰਡ ਪਾਠ ਸ਼ਹੀਦੀ ਦਾ ਨਹੀਂ ਰਖਾ ਸਕਦੇ। ਤੇ ਫਿਰ ਅਸੀਂ ਨਿਮਾਣੇ ਸਿੱਖ, ਕਿਉਂਕਿ ਅਸੀਂ ਗੁਲਾਮ ਬੰਦੇ ਸੀ, ਇੱਥੇ ਅਖੰਡ ਪਾਠ ਰੱਖਿਆ। 4 ਤਰੀਕ ਨੂੰ ਅਖੰਡ ਪਾਠ ਆਰੰਭ ਕਰਾਇਆ, 5 ਨੂੰ ਮੱਧ ਦਾ ਭੋਗ ਪਾਇਆ। ਮੇਰੀ ਇੱਥੇ ਡਿਊਟੀ ਲੱਗੀ, ਹਰਬੀਰ ਸਿੰਘ ਦੀ ਇੱਥੇ ਡਿਊਟੀ ਲੱਗੀ, ਜਥੇਬੰਦੀ ਦੀ ਲੱਗੀ। 6 ਤਰੀਕ ਨੂੰ ਜਦੋਂ ਭੋਗ ਪਾਉਣਾ ਸੀ, ਤੇ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਅਰਦਾਸ ਪਹਿਲੀ ਕਾਲ ਤੱਕ ਤੇ ਕਰਕੇ ਆਉਣੀ ਹੈ। ਤੇ ਬੀਬੀ ਜਗੀਰ ਕੌਰ ਨੇ ਸਾਡਾ ਦਫ਼ਤਰ ਵੀ ਢਾਤਾ, ਸਿਮਰਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰ ਲਿਆ, ਸਾਡੀ ਟੀਮ ਨੂੰ ਸਾਰੀ ਨੂੰ ਗ੍ਰਿਫਤਾਰ ਕਰ ਲਿਆ। ਤੇ ਫਿਰ ਗ੍ਰਿਫਤਾਰ ਕਰਨ ਤੋਂ ਬਾਅਦ ਇੱਥੋਂ ਅਸੀਂ ਭੱਜ ਕੇ ਗਏ 11 ਬੰਦੇ, 11 ਚੋਂ ਮੈਂ ਪਹਿਲਾਂ ਅੱਗੇ ਗਿਆ, ਅੱਗੇ ਲੱਗ ਕੇ ਫਿਰ ਉੱਥੇ ਪਹਿਲੀ ਅਰਦਾਸ ਕੀਤੀ। ਇਹ ਤਾਂ ਜਿਹੜੇ ਅੱਜ ਅਰਦਾਸ ਇੱਥੇ ਸ਼ੁਰੂ ਹੋਈ ਹੈ ਅਕਾਲ ਤਖਤ ਤੇ, ਜਿਹੜੀ ਅਰਦਾਸ ਤੇ ਆਜ਼ਾਦੀ ਦੀ ਗੱਲ ਹੋਈ ਹੈ, ਇਹ ਅਕਾਲੀ ਦਲ ਅੰਮ੍ਰਿਤਸਰ ਦੀ ਜਦੋਜਹਿਦ ਕਰਕੇ ਹੋਈ ਹੈ, ਤੇ ਦਿਨ ਬ ਦਿਨ ਕੌਮ ਦਾ ਜਿਹੜਾ ਦਬਾਅ ਬਣ ਗਿਆ ਤਾਂ ਹੀ ਹੋਈ ਹੈ। ਇਹ ਜਿਹੜੀ ਯਾਦਗਾਰ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦਗਾਰ ਬਣਾਓ, ਤੇ ਅਸੀਂ ਇੱਕ ਦਿਨ ਪੂਰੇ ਮਾਡਲ ਤਿਆਰ ਕਰ ਲਿਆ ਯਾਦਗਾਰ ਦਾ। ਮੈਂ ਸੀ ਤੇ ਸਖੀਰਾ ਸਾਹਿਬ ਸੀ, ਅਸੀਂ ਚੋਰੀ ਜਿਹੜੀ ਯਾਦਗਾਰ ਬਣਾਈ ਸੀ ਉਹਦੇ ਲਹਿਦਾ ਪੁਰਜੇ ਇਕੱਠੇ ਕਰਕੇ ਇੱਥੇ ਲਿਆਂਦੇ, ਤੇ ਇਹਨਾਂ ਨੂੰ ਕਿਤੇ ਸੂਹ ਮਿਲ ਗਈ, ਤੇ ਇਹਨਾਂ ਨੇ ਵੇਖ ਕੇ ਕਿਹਾ ਕਿ ਅਸੀਂ ਯਾਦਗਾਰ ਅਸੀਂ ਬਣਾਵਾਂਗੇ, ਸਾਡੇ ਦਬਾਅ ਨਾਲ ਬਣੀ ਇਹ ਯਾਦਗਾਰ, ਨਹੀਂ ਤਾਂ ਨਹੀਂ ਸੀ ਬਣਾਉਂਦੇ। ਅਕਾਲੀ ਦਲ ਅੰਮ੍ਰਿਤਸਰ ਦੀ ਜਦੋਜਹਿਦ ਸੀ, ਇਹਦੀ ਕਾਰ ਸਭਾ ਕਿਸੇ ਨੇ ਵੀ ਕਰਾਈ, ਕੁਝ ਵੀ ਕਰਾਇਆ, ਧੰਨ ਭਾਗਾ, ਪਰ ਇਹ ਜਿਹੜੀ ਯਾਦਗਾਰ ਬਣੀ ਆ ਇਹ ਅਕਾਲੀ ਦਲ ਅੰਮ੍ਰਿਤਸਰ ਤੇ ਬੀਬੀ ਜਗੀਰ ਕੌਰ ਜਵਾਬ ਦੇਵੇ ਕਿ ਤੁਸੀਂ ਤਾਂ ਜਨਮ ਦਿਨ ਸ਼ਹੀਦੀ ਦਿਨ ਮਨਾਉਂਦੇ ਨਹੀਂ ਸੀ, ਜਵਾਬ ਦਿਓ ਸਾਡਾ ਦਫ਼ਤਰ ਕਿਉਂ ਢਾਇਆ, ਕੀ ਕਾਰਨ ਸੀ? ਇਹਦੇ ਕਾਰਨ ਕੀ ਸੀ? ਅੱਜ ਕਹਿੰਦੇ ਆ ਕਿ ਅਸੀਂ ਗੁਰੂ ਮਹਾਰਾਜ ਦੀ ਬੀੜ ਪ੍ਰਕਾਸ਼ ਕਰਤੀ ਹੈ, ਇਹਦੇ ਗੋਲੀਆਂ ਵੱਜੀਆਂ, ਤੇ ਮੈਂ ਕਹਿਣਾ ਬੀੜੇ ਪ੍ਰਕਾਸ਼ 85 'ਚ ਕਿਉਂ ਨਹੀਂ ਹੋਈ, 86 'ਚ ਕਿਉਂ ਨਹੀਂ ਹੋਈ, 87 'ਚ ਕਿਉਂ ਨਹੀਂ ਹੋਈ, 88 'ਚ ਕਿਉਂ ਨਹੀਂ ਹੋਈ? ਇਹ ਕੌਮ ਦਾ ਦਬਾਅ ਵੱਧ ਗਿਆ, ਇਸ ਕਰਕੇ ਅੱਜ ਬੀੜ ਹੈ। 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾੜੀ ਹੈ, ਉਹਦਾ ਕਿੱਥੇ ਦੱਸੋ, ਕਿੱਥੇ ਹੈ? ਕਾਂਗਰਸ ਨੇ ਸਾੜੀ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੇ ਕਮਲਨਾਥ ਨੂੰ ਗੁਲਦਸਤੇ ਦਿੰਦਾ ਹੈ, ਮਨਮੋਹਨ ਸਿੰਘ ਨੂੰ ਗੁਲਦਸਤੇ ਦਿੰਦਾ ਹੈ, ਤੇ ਫਿਰ ਇਹ ਸਾਰਿਆਂ ਨੂੰ ਗੁਲਦਸਤੇ ਦਿੰਦਾ ਹੈ। ਤੇ ਫਿਰ ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਸਾਰਿਆਂ ਨੇ ਰਲ ਕੇ। ਦੂਜੇ ਪਾਸੇ ਕੇਜਰੀਵਾਲ ਨੇ ਇੱਕ ਬਿਆਨ ਦੇ ਦਿੱਤਾ ਹੈ। ਕੀ ਬਿਆਨ ਦਿੱਤਾ ਹੈ? ਕਿ ਕਾਂਗਰਸ ਨੇ ਬੀਜੇਪੀ ਕਾਂਗਰਸ ਦਾ ਦਰਬਾਰ ਸਾਹਿਬ ਢਾਉਣ ਦੇ ਵਿੱਚ ਕੋਈ ਹੱਥ ਨਹੀਂ ਹੈ। ਇਹ ਜਦੋਂ ਜਿਹੜੇ 84 ਦੇ ਕਤਲੇਆਮ ਦੇ ਦੋਸ਼ੀ ਆ, ਜਦੋਂ ਇਹ ਸਟੇਟਮੈਂਟ ਲਾਉਣਗੇ, ਉਹ ਸਫਾਈ ਦੇ ਵਿੱਚ ਸਟੇਟਮੈਂਟ ਲਾ ਕੇ ਉਹ ਬਚਾਉਣਗੇ। ਇੱਕ ਬਚਾਉਣ ਦਾ ਕੰਮ ਦੇ ਗਿਆ ਬੜੇ ਟੇਢੇ ਢੰਗ ਨਾਲ ਕੇਜਰੀਵਾਲ, ਉਹ ਕਾਂਗਰਸ ਦਾ ਸਾਥ ਦੇ ਗਿਆ। ਤਾਈਏ ਤਾਂ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭਸਮਾਸੁਰ ਦੈਂਤ ਕਹਿੰਦੇ ਸੀਗੇ। ਇਹ ਸਾਰੀਆਂ ਗੱਲਾਂ ਬੜੀਆਂ ਵੱਡੀਆਂ। ਫਿਰ ਕਹਿੰਦੇ ਜੀ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਕਹਿੰਦਾ ਪਹਿਲਾ ਘੱਲੂਘਾਰਾ ਹੋ ਗਿਆ, ਕਹਿੰਦੇ ਤੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਦੂਜਾ ਘੱਲੂਘਾਰਾ। ਸਾਡੀ ਕੌਮ ਨੂੰ ਘੱਲੂਘਾਰਿਆਂ 'ਚ ਦਰਬਾਰ ਸਾਹਿਬ ਤੇ ਹਮਲਾ ਕਰੋ ਤੇ ਘੱਲੂਘਾਰਾ ਕਹਿ ਦਿਓ, ਦਰਬਾਰ ਸਾਹਿਬ ਤੇ ਹਮਲਾ ਕਰੋ ਦੂਜਾ ਘੱਲੂਘਾਰਾ ਕਹਿ ਦਿਓ, ਦਰਬਾਰ ਸਾਹਿਬ ਤੇ ਹਮਲਾ ਕਰੋ ਤੀਜਾ ਘੱਲੂਘਾਰਾ। ਸਾਡੀ ਕੌਮ ਇਹ ਕਹਿੰਦੀ ਹੈ ਸਿੱਖ ਕੌਮ ਲਈ ਕਾਲਾ ਮਾੜਾ ਦਿਨ ਹੈ, ਪਰ ਅਸੀਂ ਘੱਲੂਘਾਰਿਆਂ ਦੇ ਚੱਕਰ 'ਚ ਆਜ਼ਾਦੀ 'ਚ ਪਈਏ। ਇਹ ਘੱਲੂਘਾਰੇ ਦੀ ਜਗ੍ਹਾ ਤੇ ਅਸੀਂ ਕਹਿਣਾ ਇਹ
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ 37 ਸਾਲ ਹੈ। ਪਿਛਲੇ ਸਾਲ ਅਕਾਲੀ ਦਲ ਅੰਮ੍ਰਿਤਸਰ ਨੇ ਮਾਨ ਸਾਹਿਬ ਦੇ ਵੱਲੋਂ 36ਵਾਂ ਖਾਲਿਸਤਾਨ ਡੇ ਹੈ ਤੇ ਹੁਣ ਭਾਈ ਇਹ ਘੱਲੂਘਾਰਾ ਨਹੀਂ ਹੈ, ਇਹ ਸਿੱਖ ਕੌਮ ਦਾ 37ਵਾਂ ਖਾਲਿਸਤਾਨ ਡੇ ਹੈ। ਇਹਨੂੰ ਖਾਲਿਸਤਾਨ ਡੇ ਕਰਿਆ ਕਰੋ। ਇੱਕ ਕੌਮ ਦੀ ਆਜ਼ਾਦੀ ਦੇ ਪੌੜੀ ਦੇ ਉੱਤੇ ਆਪਾਂ ਹੋਰ ਰੱਖੀਏ ਕਿ ਆਪਾਂ ਖਾਲਿਸਤਾਨ ਡੇ ਵਜੋਂ ਮਨਾਵੋ। ਹੋਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਹਿ ਦਿੱਤਾ ਜਿਸ ਦਿਨ ਦਰਬਾਰ ਸਾਹਿਬ ਦੇ ਹਮਲਾ ਖਾਲਿਸਤਾਨ ਦੀ ਨੀਂਹ ਰੱਖੀ ਹੋਊਗੀ ਤੇ ਨੀਂਹ ਤਾਂ ਫਿਰ ਰੱਖੀ ਰਹੀ ਗਈ ਹੈ। ਜਿਸ ਦਿਨ ਭਾਰਤ ਦੀ ਫੌਜ ਵੜੂਗੀ ਨੀਂਹ ਰੱਖੀ ਜਾਊਗੀ, ਨੀਂਹ ਤਾਂ ਭਾਈ ਰੱਖੀ ਰਹੀ ਹੈ। ਜੇ ਨੀਂਹ ਰੱਖੀ ਹੈ ਤੇ ਫਿਰ ਇਹ 37ਵਾਂ ਖਾਲਿਸਤਾਨ ਡੇ ਹੋਇਆ। ਇਹ ਸਾਰੀਆਂ ਦਾਸਤਾਨਾਂ ਵਧੀਕੀਆਂ ਦੇ ਵਿੱਚੋਂ ਜਿਹੜੀ ਕੌਮ ਗੁਜ਼ਰੀ ਹੈ ਤੇ ਫਿਰ ਭਾਵੇਂ ਗੁਲਾਮੀਆਂ ਧੱਕੇਸ਼ਾਹੀ ਹੋਈ ਹੈ ਪਰ ਕੌਮ ਵੀ ਡਟ ਕੇ ਕਾਂਗਰਸ ਦਾ, ਬੀਜੇਪੀ ਆ, ਆਰਐਸ ਦਾ, ਪੰਥ ਵਿਰੋਧੀਆਂ ਦਾ ਮੁਕਾਬਲਾ ਕਰੂਗੀ। ਨਾ ਤਾਂ ਅਸੀਂ ਫੜਕਣ ਦੇਵਾਂਗੇ ਸ਼ਿਵ ਸੈਨਾ ਵਾਲਿਆਂ ਨੂੰ, ਨਾ ਆਰਐਸਐਸ ਨੂੰ ਤੇ ਨਾ ਮੋਦੀ ਨੂੰ ਫੜਕਣ ਦੇਵਾਂਗੇ, ਨਾ ਪੰਥ ਵਿਰੋਧੀ ਸ਼ਕਤੀਆਂ ਨੂੰ ਫੜਕਣ ਦੇਵਾਂਗੇ। ਇਹ ਮੈਂ ਕਹਿੰਦਾ ਇੰਡੀਆ ਨੂੰ ਯਾਦ ਰੱਖਣਾ ਚਾਹੀਦਾ। ਸਿੱਖਾਂ ਦਾ ਸਬਰ ਨਾ ਵੇਖੋ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਤਵੰਤ ਸਿੰਘ ਬੇਅੰਤ ਸਿੰਘ ਨੇ ਟੇਢੀ ਕਰਕੇ ਰੱਖਤੀ ਕਿ ਨਹੀਂ? ਜਰਨਲ ਵੈਦਿਆ ਨੇ ਸਾਡਾ ਦਰਬਾਰ ਸਾਹਿਬ ਤੇ ਹਮਲਾ ਕਰਤਾ ਤੇ ਫਿਰ ਭਾਈ ਹਰਜਿੰਦਰ ਸਿੰਘ ਜਿੰਦਾ ਨੇ, ਸੁਖਦੇਵ ਸਿੰਘ ਸੁੱਖਾ ਨੇ ਉਹਦੀ ਬੀਬੀ ਨੂੰ ਕੁਝ ਨਹੀਂ ਕਿਹਾ। ਫਿਰ ਪੂਨੇ ਮੈਂ ਜਾ ਕੇ ਆਇਆ, ਉਸ ਜਗ੍ਹਾ ਤੇ ਜਾ ਕੇ ਆਇਆ, ਉਹਨਾਂ ਨੇ ਜਰਨਲ ਵੈਦਿਆ ਟੇਢਾ ਕਰਤਾ ਤੇ ਸਾਡਾ 1984 'ਚ ਕਤਲੇਆਮ ਕੀਤਾ ਲਲਿਤ ਮਾਕਣ ਨੇ, ਉਹਦੀਆਂ ਲੱਤਾਂ ਤਾਂ ਕਰਤੀਆਂ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਬਿੱਟੂ ਦਾ ਹੱਥ ਸੀ, ਬਿੱਟੂ ਦੀਆਂ ਲੱਤਾਂ ਤਾਂ ਕਰਤੀਆਂ ਤੇ ਫਿਰ ਜਿਹੜਾ ਹੁਣ ਕਰੂਗਾ ਉਹਦੀਆਂ ਵੀ ਹੋ ਜਾਣਗੀਆਂ। ਅਸੀਂ ਅੱਜ ਕਹਿੰਦੇ ਆ ਕਿ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਸਰਸੇ ਵਾਲਿਆਂ ਨੇ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਬਚਾਇਆ, CBI ਉਹ ਮਦਦ ਕਰ ਰਹੀ ਹੈ, ਕਾਂਗਰਸ ਤੇ ਮਿਲ ਗਈ ਹੈ। ਇਹ ਸਾਰੀਆਂ ਧਿਰਾਂ ਬੇਅਦਬੀ ਵਾਲਿਆਂ ਨਾਲ ਹੈ ਤੇ ਅਸੀਂ ਭਾਈ ਜਿਹੜੇ ਗੁਰੂ ਦੇ ਰਾਖੇ ਆ, ਅਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਅਸੀਂ ਉਹਨਾਂ ਦੇ ਵਿਰੋਧ 'ਚ ਹੈ। ਜਿਹੜਾ ਵੀ ਸਿੰਘ, ਜਿਹੜਾ ਸਰਬੱਤ ਖਾਲਸਾ ਹੋਇਆ 2015 'ਚ, ਉਹਦਾ 11 ਨੰਬਰ ਮਤਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਰਕਾਰ ਨੇ ਹੱਥ ਨਾ ਪਾਇਆ, ਸਰਕਾਰ ਨੇ ਉਹਨਾਂ ਦਾ ਨਾ ਕੋਈ ਕਾਨੂੰਨੀ ਤੌਰ ਤੇ ਫੜਿਆ ਤੇ ਨਾ ਉਹਨੂੰ ਸਜ਼ਾ ਦਿੱਤੀ, ਪੰਥਕ ਰਵਾਇਤਾਂ ਮੁਤਾਬਕ ਸੋਚੂਗਾ। ਜੇਕਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਬੇਅਦਬੀਆਂ ਕਰੀ ਜਾਣਗੇ ਤੇ ਫਿਰ ਪੰਥ ਰਵਾਇਤਾਂ ਦੇ ਮੁਤਾਬਕ ਜਿਹੜੇ ਸਾਡੇ ਸਿੰਘ ਗੁਰੂ ਨੂੰ ਕਰਕੇ ਇਹਨਾਂ ਨੂੰ ਸਬਕ ਸਿਖਾਉਣਗੇ, ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਰਵਾਂਗੇ। ਜੇ ਕਾਂਗਰਸ, ਬੀਜੇਪੀ, ਬਾਦਲ ਦਰ ਤੇ ਪੰਥ ਵਿਰੋਧੀ ਸ਼ਕਤੀਆਂ ਗੁਰੂ ਦੇ ਦੋਖੀਆਂ ਨਾਲ ਖੜੀਆਂ ਤੇ ਅਸੀਂ ਪੰਥ ਦੇ ਪਹਿਰੇਦਾਰਾਂ ਨਾਲ, ਕੌਮ ਦੇ ਪਹਿਰੇਦਾਰਾਂ ਨਾਲ ਚਟਾਨ ਵਾਂਗ ਖੜਾਂਗੇ। ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ, ਉਹਨਾਂ ਦੀਆਂ ਜੇਲ੍ਹਾਂ 'ਚ ਰੱਖਿਆ ਵੀ ਕਰਾਂਗੇ, ਉਹਨਾਂ ਦੇ ਵਿੱਚ ਵਕੀਲ ਵੀ ਦੇਵਾਂਗੇ, ਸਾਰਾ ਕੁਝ ਕਰਾਂਗੇ। ਅਸੀਂ ਆਪਣੀ ਡਿਊਟੀ ਕਰਦੇ ਹਾਂ ਤੇ ਉਹ ਆਪਣੀ ਡਿਊਟੀ ਕਰਨ। ਇਸ ਕਰਕੇ ਇਹ ਜ਼ਾਲਮ ਬੰਦਿਆਂ ਨੂੰ ਇੱਕ ਦਿਨ ਨੱਥ ਪਾਉਣੀ ਪੈਣੀ ਹੈ, ਨੱਥ ਪਗਾਏ ਬਗੈਰ ਨਹੀਂ। ਤੇ ਮੈਂ ਸਾਰੇ ਵੀਰਾਂ ਨੂੰ ਕਹਿਣਾ, ਤੁਸੀਂ ਕਾਂਗਰਸ ਵੀ ਵੇਖੀ ਹੈ, ਬੀਜੇਪੀ ਆਰਐਸਐਸ ਵੀ ਵੇਖ ਲਈ ਹੈ, ਉਹ ਵੇਖੋ ਡੁੱਲੇ ਬੇਰਾਂ ਦਾ ਕੋਈ ਨਹੀਂ ਵਿਗੜਿਆ। ਜੇ ਤੁਸੀਂ ਇੰਨਾ ਸਮਾਂ ਭੁੱਲੇ ਰਹੇ ਹੋ, ਤੁਸੀਂ ਆਪਦੀਆਂ ਭੁੱਲਾਂ ਬਖਸ਼ਾ ਕੇ ਕੱਲ੍ਹ ਨੂੰ ਇੱਥੇ ਆ ਕੇ ਭੁੱਲ ਮੰਨ ਲਓ, ਅਕਾਲ ਤਖਤ ਤੇ ਮਾਫੀਆਂ ਮੰਗ ਲਓ, ਉਹਨਾਂ ਦੇ ਅੱਗੇ ਹੱਥ ਜੋੜ ਦਿਓ। ਸੱਚੇ ਪਾਤਸ਼ਾਹ ਅਸੀਂ ਕਾਂਗਰਸ ਨਾਲ ਰਹੇ, ਅਸੀਂ ਮਾੜਾ ਕੀਤਾ, ਅਸੀਂ ਬੀਜੇਪੀ ਨਾਲ ਰਹੇ ਹਾਂ, ਅਸੀਂ ਮਾੜਾ ਕੀਤਾ, ਅਸੀਂ ਕਾਮਰੇਡਾਂ ਨਾਲ ਰਹੇ ਹਾਂ, ਅਸੀਂ ਮਾੜਾ ਕੀਤਾ, ਅਸੀਂ ਕੇਜਰੀਵਾਲ ਨਾਲ ਰਹੇ ਹਾਂ, ਮਾੜਾ ਕੀਤਾ, ਅਸੀਂ ਪੰਥ ਵਿਰੋਧੀ ਸ਼ਕਤੀਆਂ ਨਾਲ ਰਹੇ ਹਾਂ, ਮਾੜਾ ਕੀਤਾ, ਅਸੀਂ ਕਾਮਰੇਡਾਂ ਨਾਲ, ਇਨਕਲਾਬ ਜਿੰਦਾਬਾਦ ਵਾਲਿਆਂ ਨਾਲ ਰਹੇ ਹਾਂ, ਮਾੜਾ ਕੀਤਾ। ਤੇ ਭੁੱਲ ਬਖਸ਼ਾ ਕੇ ਪੰਥ ਦੇ ਖਾਤੇ 'ਚ ਆ ਜਾਓ, ਪੰਥ ਦੇ ਖਾਤੇ 'ਚ ਆ ਜਾਓ, ਤਾਂ ਜੋ ਆਪਣੀ ਕੌਮ ਦਾ ਆਪਣਾ ਘਰ ਬਣਾ ਸਕੀਏ ਤੇ ਜਿਹਦੇ ਕਰਕੇ ਨਾ ਮੰਦਰ ਢਵੇ, ਨਾ ਮਸਜਿਦ ਢਵੇ, ਨਾ ਗਿਰਜਾ ਘਰ ਢਵੇ, ਨਾ ਕੋਈ ਕੌਮ ਤੰਗ ਹੋਵੇ। ਅੱਜ ਕੋਈ ਵੀ ਸੁਰੱਖਿਅਤ ਨਹੀਂ। ਇਸ ਕਰਕੇ ਇਹ ਅੱਜ ਦਾ ਡੇ ਆ, ਖਾਲਿਸਤਾਨ ਡੇ ਹੈ ਤੇ ਇਹ ਸਾਰਿਆਂ ਨੂੰ ਅੱਜ ਦੇ ਡੇ ਭੁੱਲਾਂ ਬਖਸ਼ਾ ਕੇ ਇਕੱਠੇ ਹੋਣਾ ਜਾਣਾ ਚਾਹੀਦਾ। ਤੇ ਮੈਂ ਇਹ ਤੁਸੀਂ ਬਹੁਤ ਸਾਰੀ ਗੱਲ ਜਿਹੜੀ ਐਕਸਪਲੇਨ ਕਰਤੀ ਹੈ। ਮੈਨੂੰ ਇਹ ਦੱਸੋ ਵੀ ਆਪਣੇ ਲੋਕ ਸਮਝ ਕਿਉਂ ਨਹੀਂ ਰਹੇ ਹੈਗੇ? ਲੋਕਾਂ ਦੇ ਗੱਲ, ਲੋਕਾਂ ਨੇ ਉਹਨਾਂ ਨੂੰ ਇਹ ਕੁਰਸੀਆਂ ਨਵਾਜੀਆਂ ਨੇ, ਉਹਨਾਂ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਸਾਥ ਦਿੱਤਾ, ਉਹਨਾਂ ਨੂੰ ਇਹ ਰਾਜੇ ਬਣਾ ਕੇ ਉਹਨਾਂ ਤੋਂ ਹੀ ਰਾਜ ਕਰਵਾਇਆ। ਲੋਕਾਂ ਦੇ ਖਾਨੇ, ਉਹਨਾਂ ਦੇ ਦਿਮਾਗ 'ਚ ਇਹ ਗੱਲ ਕਿਉਂ ਨਹੀਂ ਪੈ ਰਹੀ ਹੈਗੀ? ਪਹਿਲਾਂ ਵੇਖੋ ਜੀ, ਲੋਕ ਬਹੁਤ ਸਮਝ ਗਏ ਆ। ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਤੋਂ ਡਰਦੇ ਰਹਿੰਦੇ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਦਾ ਜਨਮ ਦਿਨ ਬਣਾ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹ ਵੀ ਡਰ ਕੱਢਤਾ
ਉਸ ਤੋਂ ਬਾਅਦ ਤੁਸੀਂ ਖਾਲਿਸਤਾਨ ਕਹਿ ਨਹੀਂ ਸਕਦੇ ਸੀ, ਬੋਲ ਨਹੀਂ ਸਕਦੇ ਸੀ। ਬੜੀਆਂ ਵੱਡੀਆਂ ਲੜਾਈਆਂ ਹੋਈਆਂ ਤੇ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹਾਈ ਕੋਰਟੋਂ ਸੁਪਰੀਮ ਕੋਰਟੋਂ ਕਹਿ ਕੇ ਖਾਲਿਸਤਾਨ ਕਹਿਣਾ ਸੁਣਨਾ ਬੋਲਣਾ ਕਹਿਤਾ। ਹੁਣ ਹਰੇਕ ਨੌਜਵਾਨ ਖਾਲਿਸਤਾਨ ਤੋਂ ਘੱਟ ਨਹੀਂ ਗੱਲ ਕਰਦਾ, ਹਰੇਕ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਗੱਲ ਨਹੀਂ ਕਰਦਾ। ਲੋਕ ਇੰਨੇ ਸਮਝ ਗਏ ਆ। ਇੱਕ ਤੁਸੀਂ ਪੋਸਟ ਪਾਓ ਬਾਦਲ ਦੀ, ਜਿਹਨੇ ਪੰਥ ਦਾ ਨੁਕਸਾਨ ਕੀਤਾ, ਇਹਦੇ ਤੇ ਤੁਸੀਂ ਲਿਖੋ ਪੰਥ ਦਾ ਪਹਿਰੇਦਾਰ, ਲੋਕੀ ਕਹਿਣਗੇ ਪੰਥ ਦਾ ਗਦਾਰ। ਤੁਸੀਂ ਕਾਂਗਰਸ ਦੀ ਫੋਟੋ ਪਾਓ ਇੰਦਰਾ ਗਾਂਧੀ, ਤੁਸੀਂ ਕਹਿ ਦਿਓ ਸਿੱਖਾਂ ਦੀ ਰਖਵਾਲੀ, ਲੋਕਾਂ ਨੇ ਕਹਿਣਗੇ ਗਦਾਰ ਹੈ। ਤੁਸੀਂ ਇੱਕ ਫੋਟੋ ਪਾ ਦਿਓ ਕਾਮਰੇਡਾਂ ਦੀ ਸੋਵੀਅਤ ਰੂਸ ਦੀ, ਉਹਨੂੰ ਕਹਿ ਦਿਓ ਜੀ ਇਹ ਸਿੱਖਾਂ ਦੇ ਬੜੇ ਆ, ਉਹ ਕਹਿਣਗੇ ਸਿੱਖ ਕੌਮ ਦੇ ਗਦਾਰ ਹੈ। ਤੇ ਤੁਸੀਂ ਇੱਕ ਪਾਸੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਪਾ ਦਿਓ, ਇੱਕ ਪਾਸੇ ਖਾਲਿਸਤਾਨ ਪਾ ਦਿਓ। ਇੱਕ ਤੁਸੀਂ ਪੋਸਟ ਪਾ ਕੇ ਤਾਂ ਵੇਖੋ ਖਾਲਿਸਤਾਨ ਦੀ, ਵੀ ਖਾਲਿਸਤਾਨ ਸਾਨੂੰ ਨਹੀਂ ਚਾਹੀਦਾ, ਇਹਦੇ ਨਾਲ ਮਾਹੌਲ ਖਰਾਬ ਹੋਊਗਾ, ਪਾ ਕੇ ਤਾਂ ਵੇਖੋ ਪੋਸਟ। ਤੇ ਉਸ ਤੋਂ ਬਾਅਦ ਇੱਕ ਵੀ ਕਮੈਂਟ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਆ ਜੇ ਤੇ ਮੈਂ ਫੜ ਲੂੰਗਾ। ਇਸ ਕਰਕੇ ਕੁਝ ਬੰਦੇ ਹਜੇ ਡਰਦੇ ਆ, ਹੌਲੀ ਹੌਲੀ ਠੀਕ ਹੋ ਜਾਣਗੇ। ਖਾਲਿਸਤਾਨ ਚੜ ਗਿਆ ਤਾਂ ਅਮਰੀਕਾ ਦਾ ਪ੍ਰਾਈਮ ਮਿਨਿਸਟਰ ਆਉਂਦਾ, ਰਾਸ਼ਟਰਪਤੀ ਆਉਂਦਾ, ਖਾਲਿਸਤਾਨ ਦੀ ਗੱਲ ਹੁੰਦੀ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਹੁੰਦਾ, ਖਾਲਿਸਤਾਨ ਦੀ ਗੱਲ ਹੁੰਦੀ ਹੈ। ਜਦੋਂ ਕੋਈ ਬਗਰਾੜੀ ਮੋਰਚਾ ਲੱਗਦਾ ਉੱਥੇ ਖਾਲਿਸਤਾਨ ਦੀ ਗੱਲ ਹੁੰਦੀ ਹੈ। ਸਿੰਘੂ ਕਿਸਾਨਾਂ ਦਾ ਉੱਥੇ ਖਾਲਿਸਤਾਨ ਦੀ, ਕਿਉਂਕਿ ਖਾਲਿਸਤਾਨ ਰਚ ਗਿਆ। ਅਮਰੀਕਾ ਨੇ ਖਾਲਿਸਤਾਨ ਦੀ ਹਮਾਇਤ ਕਰਤੀ ਹੈ, ਕੈਨੇਡਾ ਨੇ ਹਮਾਇਤ ਕਰਤੀ ਹੈ, ਸਾਰਿਆਂ ਨੇ ਕਿ ਖਾਲਿਸਤਾਨ ਦੇ ਹੱਕ, ਕਿਉਂਕਿ ਮੋਦੀ ਦੇ ਭਜਾਏ ਹੋਏ ਸਾਡੇ ਘੱਟੋ ਘੱਟ ਜ਼ਬਰ ਕੀਤਾ ਹੈ। 6.5 ਲੱਖ ਤੋਂ ਉੱਪਰ ਖਾਲਿਸਤਾਨੀ ਅਮਰੀਕਾ ਕੈਨੇਡਾ ਸਾਰੇ ਦੇਸ਼ਾਂ 'ਚ ਬੈਠਾ ਹੈ, ਉਹ ਬੜੀ ਵੱਡੀ ਲੜਾਈ ਲੜਿਆ। ਇਸ ਕਰਕੇ ਲੋਕੀ ਸਮਝ ਜਾਣਗੇ ਅਗਲੇ ਵਾਰੀ, ਅੱਜ ਨਹੀਂ ਤਾਂ ਕੱਲ੍ਹ, ਪਰ ਖਾਲਿਸਤਾਨ ਦੀ ਬੜੀ ਵੱਡੀ ਗੱਲ ਹੈ। ਲੋਕੀ ਸਮਝ ਰਹੇ ਹੈ, ਜੇ ਸਮਝ ਰਹੇ ਹੈ ਤਾਂ ਹੀ ਇਹ ਜਿਹੜਾ ਖਾਲਿਸਤਾਨ ਦੇ ਵਿਰੁੱਧ ਬੋਲਦਾ ਹੈ ਉਹਦੇ ਵਿਰੁੱਧ ਆਵਾਜ਼ ਬੁਲੰਦ ਹੋ ਜਾਂਦੀ ਹੈ। ਸਾਰਿਆਂ ਮਸਲਿਆਂ ਦਾ ਹੱਲ ਖਾਲਿਸਤਾਨ। ਤੁਹਾਨੂੰ ਲੱਗਦਾ ਵੀ ਜਿਹੜੇ ਮੁੱਦੇ ਨੇ ਇਸ ਟਾਈਮ ਮੌਜੂਦਾ ਜਾਂ 70-72 ਸਾਲ ਤੋਂ ਜਦੋਂ ਦੇ ਅਸੀਂ ਆਜ਼ਾਦ ਹੋਏ ਹਾਂ ਚੱਲ ਰਹੇ ਹਾਂ, ਵੀ ਉਹਨਾਂ ਦਾ ਜਿਹੜਾ ਹੱਲ ਹੈ ਉਹ ਖਾਲਿਸਤਾਨ? ਤੇ ਫਿਰ ਇਹਦੇ 'ਚ ਕਿਹੜੀ ਕੋਈ ਸ਼ੱਕ ਤਾਂ ਹੈ ਹੀ ਨਹੀਂ ਜੀ। ਜੇ ਖਾਲਿਸਤਾਨ ਇਹਦਾ ਹੱਲ ਨਾ ਹੁੰਦਾ ਤੇ ਇਦੋਂ ਜਿਹੜੀਆਂ ਮੈਂ ਵਧੀਕੀਆਂ ਗੜਾਈਆਂ ਹੈ ਉਹ ਤਾਂ ਫਿਰ ਇੰਡੀਆ ਦੇ ਵਿੱਚ ਜਦੋਂ 85% ਕੁਰਬਾਨੀਆਂ ਕਰਕੇ ਕਾਲੇ ਪਾਣੀ ਜਾ ਕੇ ਅਸੀਂ ਜੇ ਇੰਡੀਆ ਦੇ ਨਹੀਂ ਬਣੇ, ਉਹਦੇ ਵਫਾਦਾਰ ਨਹੀਂ ਬਣੇ। ਹੁਣ ਤੁਸੀਂ ਜੀ ਜੀ ਕਹਿ ਕੇ ਵਫਾਦਾਰ ਬਣੋਗੇ? ਨਹੀਂ, ਵਫਾਦਾਰ ਬਣ ਗਏ। ਇੱਕੋ ਹੀ ਹੱਲ, ਅੱਜ ਆ ਜਾਓ, ਕੱਲ ਆ ਜਾਓ, ਪਰਸੋਂ ਆ ਜਾਓ, ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣਾ ਪੈਣਾ, ਏਕਤਾ ਦੇ ਵਿੱਚ ਆਉਣਾ ਪੈਣਾ। ਤੇ ਸਭ ਤੋਂ ਅਖੀਰਲਾ ਹਥਿਆਰ ਖਾਲਿਸਤਾਨ। ਖਾਲਿਸਤਾਨ ਤੋਂ ਕੋਈ ਹੱਲ ਨਹੀਂ, ਕੋਈ ਹੱਲ ਨਹੀਂ, ਕੋਈ ਹੱਲ ਨਹੀਂ। ਐਵੇਂ ਵੇਲੇ ਦੀ ਨਵਾਜ਼ ਕਬੇਲੇ ਦੀਆਂ ਟੱਕਰਾਂ, ਐਵੇਂ ਟੱਕਰਾਂ ਨਾ ਮਾਰੀ ਜਾਓ ਇੰਡੀਆ ਦੇ ਨਾਲ, ਐਵੇਂ ਟੱਕਰਾਂ ਨਾ ਮਾਰੀ ਜਾਓ ਮੰਤਰੀਆਂ ਦੇ ਚਾਰਜ। ਮੈਂ ਮੰਤਰੀ ਬਣ ਜੂੰਗਾ, ਮੈਂ MLA ਬਣ ਜੂੰਗਾ। MLA ਬਣ ਕੇ ਤੁਸੀਂ ਕੀ ਕਰੋਗੇ ਦੱਸੋ ਬਈ? ਜਾਂ ਤਾਂ MLA ਬਣੋ, ਖਾਲਿਸਤਾਨ ਦਾ ਮਤਾ ਪਾ ਦਿਓ, ਉਹਦਾ ਫਾਇਦਾ ਤਾਂ ਹੈ। ਠੀਕ ਹੈ ਨਾ ਜੀ। ਹੁਣ MLA ਕਿੰਨੇ ਬਣੇ ਆ ਤੁਸੀਂ ਦੱਸੋ? ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣਿਆ, ਇਹਦੇ MLA ਨੇ ਪੰਥ ਦੀ ਕਿਹੜੀ ਗੱਲ ਕੀਤੀ ਹੈ, ਕੌਮ ਦੀ ਕਿਹੜੀ ਗੱਲ, ਇੱਕ ਵੀ ਦੱਸੋ। ਕੇਜਰੀਵਾਲ ਦੇ 21 MLA ਜਿਤਾਤੇ ਤੁਸੀਂ, ਉਹਨਾਂ ਨੇ ਕਿਹੜੀ ਪੰਥ ਦੀ ਗੱਲ ਕੀਤੀ ਹੈ, ਕੌਮ ਦੀ ਗੱਲ ਕੀਤੀ ਹੈ, ਪਾਣੀਆਂ ਦੀ ਗੱਲ ਕੀਤੀ ਹੈ, ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕੀਤੀ ਹੈ, ਸੰਤਾਂ ਦੀ ਗੱਲ ਕੀਤੀ ਹੈ, ਨੌਜਵਾਨੀ ਦੀ ਗੱਲ ਕੀਤੀ ਹੈ, ਰੋਡ ਪਾਲਿਸੀ ਦੀ ਗੱਲ ਕੀਤੀ ਹੈ, ਫੋਰਨ ਪਾਲਿਸੀ ਦੀ ਗੱਲ ਕੀਤੀ ਹੈ, ਕਿਸਾਨਾਂ ਦੀ ਗੱਲ ਕੀਤੀ ਹੈ? ਕੋਈ ਕੀਤੀ ਹੀ ਨਹੀਂ। ਮੈਨੂੰ ਦੱਸੋ ਕਿਸੇ ਨੇ ਕੀਤੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਢਾਇਆ, ਪੰਥ ਦੀ ਗੱਲ ਕੀਤੀ ਹੈ, ਕੌਮ ਦੀ ਗੱਲ ਕੀਤੀ ਹੈ, ਸਮਾਂ ਕੁੱਟਿਆ। ਸਰਦਾਰ ਸਿਮਰਜੀਤ ਸਿੰਘ ਮਾਨ ਦੇ ਤਾਂ ਹੋਜਾਂ ਮਾਰੀਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਰਾਜ ਦੇ ਵਿੱਚ, ਇੱਥੇ ਹੈ ਹਜੇ ਤੱਕ ਰੀੜ ਪੀੜ ਕਰੀ ਜਾਂਦੀ ਉਹਦੀ। ਇਸ ਕਰਕੇ ਸਾਰਾ ਕੁਛ ਹੈ, ਇਹ ਕੱਖ ਨਹੀਂ ਮਿਲਿਆ, ਨਾ ਅੱਜ ਮਿਲੇ ਨਾ ਕੱਲ੍ਹ ਮਿਲੇ। ਤੇ ਤੁਸੀਂ ਐਂ ਕਰੋ, ਅੱਜ ਸਾਰੇ ਇਕੱਠੇ ਹੋ ਕੇ ਸਾਨੂੰ ਖਾਲਿਸਤਾਨ 'ਚ ਚਾਹੀਦਾ, ਅੱਧੀਆਂ ਤਾਂ ਮੰਗਾਂ ਉਹਦੇ ਥੋੜੀਆਂ ਮੰਨ ਲੈਣੀਆਂ ਇਹਨਾਂ ਨੇ। ਇਸ ਕਰਕੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨੀ ਹੈ। ਤੇ ਲੋਕਾਂ ਦੇ ਵਿੱਚ ਥੋੜੀ ਜੀ ਕਨਫਿਊਜ਼ਨ ਵੀ ਆ, ਉਹ ਵੀ ਕਲੀਅਰ ਹੋਣੀ ਜ਼ਰੂਰੀ ਹੈ। ਕਈ ਕਹਿੰਦੇ ਨੇ ਜੀ ਸਾਨੂੰ ਵੀਜ਼ਾ ਲੈ ਕੇ ਜਾਣਾ ਪਿਆ ਕਰੂਗਾ ਪਟਨਾ ਸਾਹਿਬ, ਜਾਂ ਜਿਹੜੀ ਬਾਉਂਡਰੀਜ਼ ਨੇ ਉਹ ਕਿੱਧਰ ਬਣਨਗੀਆਂ। ਤਾਂ ਜਿਹੜੇ ਵੱਖ-ਵੱਖ ਤਬਕਿਆਂ ਦੇ ਜਿਹੜੇ ਹੋਰ ਲੋਕ ਰਹਿੰਦੇ ਨੇ, ਜੇ ਮਤਲਬ ਬਣਦਾ ਵੀ ਹੈ, ਅਸੀਂ ਤਾਂ ਚਾਹੁੰਦੇ ਹਾਂ ਵੀ ਸਾਨੂੰ ਸਾਡਾ ਘਰ ਚਾਹੀਦਾ, ਸਾਨੂੰ ਸਾਡਾ ਰਾਜ ਚਾਹੀਦਾ। ਜਿਹੜੇ ਬਾਕੀ ਤਬਕਿਆਂ ਦੇ ਲੋਕ ਨੇ ਜਾਂ ਬਾਕੀ ਧਰਮਾਂ ਦੇ ਲੋਕ ਨੇ, ਉਹ ਕਿੱਥੇ ਜਾਣਗੇ? ਤੁਸੀਂ ਮੈਨੂੰ ਇਹ ਦੱਸੋ, ਜਦੋਂ ਕੋਈ ਰਾਜ ਭਾਗ ਬਣਦਾ ਪ੍ਰੋਪੋਗੰਡੇ ਹੁੰਦੇ ਆ, ਏਜੰਸੀਆਂ ਪ੍ਰੋਪੋਗੰਡਾ ਕਰਦੀਆਂ, ਇੰਟੈਲੀਜੈਂਸੀ ਪ੍ਰੋਪੋਗੰਡਾ ਕਰਦਾ, ਜਿਹੜੀਆਂ ਉਹ ਸ਼ਕਤੀਆਂ ਜਿਹੜੀਆਂ ਸਿੱਖ ਕੌਮ ਦੇ ਵਿਰੋਧੀ ਹੈ, ਅਸੀਂ ਨਾਲ ਸੀ ਇਹਨਾਂ ਦੇ, ਹਿੰਦੂ ਵੀਰਾਂ ਦੇ, ਮੁਸਲਮਾਨਾਂ ਦੇ, ਸਾਰਿਆਂ ਦੇ ਨਾਲ ਸੀ। ਜਦੋਂ ਅਸੀਂ ਨਾਲ ਹੁੰਦੇ ਆਏ, ਇਹ ਸਾਡੇ ਵਿਰੋਧੀ ਹੈ। ਤੇ ਇਹ ਸ਼ਕਤੀਆਂ ਤਾਂ ਇਹੋ ਜਿਹਾ ਸਦਾ ਪ੍ਰਚਾਰ ਕਰਦੀਆਂ ਰਹਿੰਦੀਆਂ। ਮੈਨੂੰ ਤੁਸੀਂ ਦੱਸੋ, ਸਿੱਖ ਰਾਜ ਦਾ
ਵੰਨਗੀ ਤਾਂ ਵੇਖੀ ਹੈ, ਹਿੰਦੂ ਰਾਜ ਦੀ ਤਾਂ ਵੰਨਗੀ ਤੁਸੀਂ ਹੁਣ ਵੇਖੀ ਹੈ ਕਿ ਹਿੰਦੂ ਰਾਜ ਆ ਗਿਆ, ਹੁਣ ਇੰਡੀਆ ਬਣ ਗਿਆ। ਉਹਨਾਂ ਨੇ ਤਾਂ ਗਿਰਜਾ ਘਰ ਵੀ ਢਾਤੇ, ਉਹਨਾਂ ਨੇ ਮਸਜਿਦਾਂ ਵੀ ਢਾਤੀਆਂ, ਉਹਨਾਂ ਨੇ ਦਰਬਾਰ ਸਾਹਿਬ ਵੀ ਢਾਤਾ, ਗੁਰਦੁਆਰੇ ਗੁਰੂ ਦੀ ਬੇਅਦਬੀ ਕਰਤੀ। ਇਹ ਤਾਂ ਕੀ ਰਹਿ ਗਿਆ? ਹਿੰਦੂ ਰਾਸ਼ਟਰ ਬਣ ਰਹਿ ਗਿਆ। ਇਹਨੇ ਤਾਂ ਬੇਇਨਸਾਫੀ ਕਰਤੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੈਨੂੰ ਪਹਿਲਾਂ ਆਇਆ ਨਾ, ਬਘੇਲ ਸਿੰਘ ਦਾ। ਤੁਸੀਂ ਦੱਸੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਹਿੰਦੂ ਤੰਗ ਹੋਇਆ? ਕੋਈ ਮੁਸਲਮਾਨ ਤੰਗ ਹੋਇਆ? ਕੋਈ ਈਸਾਈ ਤੰਗ ਹੋਇਆ? ਨਹੀਂ ਤੰਗ ਹੋਇਆ। ਇਸ ਕਰਕੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਇਹ ਬਾਉਂਡਰੀਆਂ ਹੋਣਗੀਆਂ ਤੇ ਇਹਦੇ ਤੋਂ ਵਿਤਕਰਾ ਹੋਊ ਕਿਸੇ ਨਾਲ। ਇਹ ਨਹੀਂ, ਮੇਰਾ ਸਵਾਲ ਮੈਂ ਤੁਹਾਨੂੰ ਕੱਟਣ ਲੱਗਿਆ। ਸਵਾਲ ਇਹ ਹੈ ਵੀ ਪੰਜਾਬ ਨੂੰ ਬਦਲ ਕੇ ਖਾਲਿਸਤਾਨ ਹੋਊਗਾ ਜਾਂ ਵਿੱਚ ਕੋਈ ਉਹਦੇ ਬਾਉਂਡਰੀ ਕੱਟੀ ਜਾਊਗੀ, ਉਹ ਫਿਰ ਇਹ ਇੱਕ ਮੁਲਕ ਹੋਊਗਾ ਪੂਰਾ ਖਾਲਿਸਤਾਨ। ਇਹਦੇ ਵਿੱਚ ਕੱਛ ਆਊਗਾ, ਭੁੱਜ ਆਊਗਾ, ਜਮਣਾ ਤੱਕ ਜਾਊਗਾ, ਉਧਰੋਂ ਲਾਹੌਰ ਤੱਕ ਜਾਊਗਾ। ਇਹ ਸਾਰਾ ਨਕਸ਼ਾ ਜਿਹੜਾ 1963 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਣਾਤਾ ਸੀ, ਉਹ ਨਕਸ਼ਾ 1963 ਦੇ ਵਿੱਚ ਬਣਿਆ ਹੋਇਆ। ਉਹਦੇ ਵਿੱਚ ਕੋਈ ਨਾ ਹਿੰਦੂ ਤੰਗ ਹੋਊਗਾ, ਨਾ ਮੁਸਲਮਾਨ ਤੰਗ ਹੋਊਗਾ, ਨਾ ਸਾਈ, ਸਾਰੇ ਬਰਾਬਰ ਹੋਏ, ਨਾ ਮਸਜਿਦ, ਨਾ ਗਿਰਜਾਘਰ ਤੇ ਨਾ ਕੋਈ ਗੀਤਾ ਨੂੰ, ਨਾ ਮੰਦਰ ਨੂੰ, ਕੁਝ ਨਹੀਂ ਹੋਊਗਾ। ਮੈਨੂੰ ਤੁਸੀਂ ਇਹ ਦੱਸੋ, ਪਾਕਿਸਤਾਨ ਦੇ ਵਿੱਚ ਉਹ ਮੁਲਕ ਹੋ ਗਿਆ, ਉੱਥੇ ਸਿੱਖ ਨਹੀਂ ਰਹਿੰਦੇ? ਸਿੱਖ ਪੂਰੀ ਆਜ਼ਾਦੀ ਨਾਲ ਰਹਿੰਦੇ ਆ। ਪਾਕਿਸਤਾਨ ਦੇ ਵਿੱਚ ਹਿੰਦੂ ਨਹੀਂ ਰਹਿੰਦੇ? ਪਸ਼ਾਵਰ 'ਚ ਸਾਰੇ ਉਹ ਆਉਂਦੇ ਨਨਕਾਣਾ ਸਾਹਿਬ, ਉਹਨਾਂ ਨੂੰ ਤੰਗ ਕੀਤਾ। ਤੁਸੀਂ ਮੈਨੂੰ ਦੱਸੋ, ਮੁਲਕ ਆਪਣਾ ਹੱਦ ਆ ਬੰਗਲਾਦੇਸ਼, ਉਹਦੇ 'ਚ ਸਿੱਖ ਨਹੀਂ ਰਹਿੰਦੇ? ਉਹਦੇ 'ਚ ਹਿੰਦੂ ਨਹੀਂ ਰਹਿੰਦੇ? ਉਹਦੇ 'ਚ ਈਸਾਈ ਨਹੀਂ ਰਹਿੰਦੇ? ਕੁਛ ਨਹੀਂ ਹੋਇਆ। ਨਾਲ ਮੁਲਕ ਆ ਸਾਡਾ ਚਾਈਨਾ, ਉਹਦੇ ਸਿੱਖ ਨਹੀਂ ਰਹਿੰਦੇ? ਸਿੱਖ ਵੀ ਰਹਿੰਦੇ ਆ, ਮੁਸਲਮਾਨ ਵੀ ਰਹਿੰਦੇ ਆ, ਸਾਰੇ ਰਹਿੰਦੇ ਆ। ਨਾਲ ਸਾਡੇ ਮੁਲਕ ਹੈਗਾ ਨੇਪਾਲ, ਉੱਥੇ ਸਿੱਖ ਵੀ ਰਹਿੰਦੇ ਆ, ਮੁਸਲਮਾਨ ਵੀ ਰਹਿੰਦੇ ਆ, ਈਸਾਈ ਵੀ ਰਹਿੰਦੇ ਆ, ਉਹਨਾਂ ਨੂੰ ਕੱਢਿਆ ਨਹੀਂ। ਅਮਰੀਕਾ ਮੁਲਕ ਬਣਿਆ ਬਈ, ਅਮਰੀਕਾ ਦੇ ਵਿੱਚ ਤੁਸੀਂ ਕਹਿੰਦੇ ਅੰਗਰੇਜ਼ਾਂ ਨੂੰ ਕੱਢਣਾ ਹੈ, ਅੰਗਰੇਜ਼ਾਂ ਨੂੰ ਤਾਂ ਕੱਢ ਲਿਆ ਤੇ ਸਾਰੇ ਤਾਂ ਅੰਗਰੇਜ਼ਾਂ ਦੇ ਮੁਲਕ 'ਚ ਫਿਰਦੇ ਆ। ਅਮਰੀਕਾ ਦੇ ਵਿੱਚ ਸਿੱਖ ਹੈ ਨਹੀਂ, ਮੁਸਲਮਾਨ ਹੈ ਨਹੀਂ, ਈਸਾਈ ਹੈ ਨਹੀਂ, ਸਾਰੇ ਨਹੀਂ ਹੈਗੇ। ਤੇ ਫਿਰ ਕੈਨੇਡਾ ਜਰਮਨ 'ਚ ਹੈ ਨਹੀਂ। ਤੇ ਜੇ ਉਹਨਾਂ ਮੁਲਕਾਂ ਦੇ ਵਿੱਚ ਕੁਛ ਨਹੀਂ ਹੋਇਆ, ਇਸ ਮੁਲਕ 'ਚ ਕੀ ਹੋ ਜਾਊਗਾ? ਇਸ ਮੁਲਕ 'ਚ ਵੀ ਕੁਛ ਨਹੀਂ ਹੋਣਾਗਾ। ਇਹ ਤਾਂ ਗਲਤ ਪ੍ਰਾਪੋਗੰਡਾ ਹੈ। ਸਾਰੇ ਦਰਸ਼ਨ ਹੋਣਗੇ। ਹੁਣ ਤਾਂ ਸਾਡੇ ਦਰਸ਼ਨਾਂ ਨੂੰ ਰੋਕ ਦਿੰਦੇ ਆ ਨਾ, ਹੁਣ ਤਾਂ ਸਾਡੇ ਦਰਸ਼ਨਾਂ ਨੂੰ ਇੰਡੀਆ ਰੋਕ ਦਿੰਦਾ ਕਿ ਤੁਸੀਂ ਪਾਕਿਸਤਾਨ ਨਹੀਂ ਜਾ ਸਕਦੇ। ਜਦੋਂ ਸਾਡਾ ਖਾਲਿਸਤਾਨ ਮੁਲਕ ਹੋਇਆ, ਸਾਡੀ ਹੱਦ ਹੋਈ, ਤੇ ਫਿਰ ਸਾਡਾ ਜਿਹੜਾ ਖਾਲਿਸਤਾਨ ਦਾ ਰਾਸ਼ਟਰਪਤੀ, ਉਹ ਫਿਰ ਦੂਜੇ ਰਾਸ਼ਟਰਪਤੀ ਨਾਲ ਗੱਲ ਕਰਿਆ ਕਰੂਗਾ। ਉਹ ਗੱਲ ਕਰਕੇ ਕਹੂਗਾ ਸਿੱਧੇ ਲਾਂਘੇ ਖੁੱਲ੍ਹ ਜਾਣਗੇ, ਫਿਰ ਇੰਡੀਆ ਦੇ ਲਾਂਘੇ ਸਿੱਧੇ ਖੁੱਲ੍ਹ ਜਾਣਗੇ। ਜਿਵੇਂ ਮੋਦੀ ਸੀਗਾ, ਚੀਨ ਦੇ ਵਿੱਚੋਂ, ਚੀਨ ਦੇ ਨਾਲ ਟਕੁੱਤੇ ਦਾ ਇੰਡੀਆ ਦਾ ਵੈਰ ਹੈ, ਜਿਹੜਾ ਕਿ 39,000 ਸਕੁਅਰ ਕਿਲੋਮੀਟਰ 1965 ਦੀ ਜੰਗ ਵਿੱਚ ਮੋਦੀ ਨੇ ਦਿੱਤਾ। ਇਹ ਇਲਾਕਾ ਸਿੱਖਾਂ ਨੇ ਰਲਾ ਕੇ ਦਿੱਤਾ ਸੀਗਾ, ਤੇ ਹੁਣ 10,000 ਸਕੁਅਰ ਕਿਲੋਮੀਟਰ ਮੋਦੀ ਨੇ ਫਿਰ ਆਪਣਾ ਇਲਾਕਾ ਖਿਲਾ ਲਿਆ। ਤੇ ਸਿੱਖਾਂ ਨੇ ਤਾਂ ਇਹ ਦਾਇਰਾ ਵਧਾਇਆ ਸੀ, ਤੇ ਮੋਦੀ ਨੇ ਫਿਰ ਇਹ ਰਾਜ ਦੀ ਸ਼ਕਤੀ 'ਚ ਜਿਹੜਾ ਚੀਨ ਦੇ ਵਿੱਚ ਮਾਨ ਸਰੋਵਰ ਦਾ ਰਸਤਾ ਸਿੱਧਾ ਲੈ ਲਿਆ ਕਿ ਨਹੀਂ ਲੈ ਲਿਆ? ਤੇ ਸਾਡਾ ਜਿਹੜਾ ਬੜੀ ਜੱਦੋ-ਜਹਿਦ ਅਰਦਾਸਾਂ ਕਰਕੇ ਕਰਤਾਰਪੁਰ ਦਾ ਇਕਨੋਮਿਕ ਕੋਰੀਡੋਰ ਖੋਲ੍ਹਿਆ ਸੀ, ਤੇ ਕਰੋਨਾ ਕਰਕੇ ਬੰਦ ਕਰ ਦਿੱਤਾ ਹੈ। ਤੇ ਦੂਜੇ ਪਾਸੇ ਬੰਗਲਾਦੇਸ਼ ਦਾ ਬਾਰਡਰ ਸੀਗਾ, ਉਹ ਵੀ ਦੂਜੇ ਮੁਲਕ ਦਾ, ਨੇਪਾਲ ਦਾ, ਉਹ ਤਾਂ ਬੰਦ ਨਹੀਂ, ਉੱਥੇ ਕਰੋਨਾ ਨਹੀਂ ਹੈਗਾ, ਉੱਥੇ ਦਾ ਵਪਾਰ ਚੱਲ ਰਿਹਾ। ਦੂਜੇ ਦੋਨਾਂ ਬਾਰਡਰਾਂ ਦੇ ਵਪਾਰ ਚੱਲ ਰਿਹਾ। ਜਦੋਂ ਆਰਟੀਕਲ 50 ਦੀ ਤਹਿਤ WTO ਤੇ ਇੰਡੀਆ ਨੇ ਸਾਈਨ ਕਰ ਦਿੱਤਾ ਹੈ, ਇਹ ਮੁਲਕਾਂ ਦੀ ਸੰਧੀ ਹੋ ਗਈ ਹੈ, ਤੇ ਫਿਰ ਸਾਡਾ ਵਾਹਗਾ ਬਾਰਡਰ ਕਿਉਂ ਨਹੀਂ ਖੁੱਲ੍ਹਦਾ? ਸਾਡਾ ਸਬਜ਼ੀਆਂ ਕਿਉਂ ਨਹੀਂ ਜਾਂਦੀਆਂ? ਸਾਡੀਆਂ ਫਸਲਾਂ ਕਿਉਂ ਨਹੀਂ ਜਾਂਦੀਆਂ? ਜੇ ਇੱਧਰੋਂ ਟਾਟਾ ਦਾ ਟਰੱਕ ਵਿਕ ਸਕਦਾ ਹੈ, ਸੋਨਾਲੀਕਾ ਟਰੈਕਟਰ ਵਿਕ ਸਕਦਾ ਹੈ, ਤੇ ਫਿਰ ਇੰਟਰਨੈਸ਼ਨਲ ਟਰੈਕਟਰ ਵਿਕ ਸਕਦਾ ਹੈ, ਤੇ ਫਿਰ ਉਧਰੋਂ ਸੀਮੈਂਟ ਆ ਸਕਦਾ ਹੈ, ਉਧਰੋਂ ਟਮਾਟਰ ਆ ਸਕਦੇ ਆ, ਇੱਧਰੋਂ ਮੋਦੀ ਦੇ ਸਪੈਸ਼ਲ ਰਿਲਾਇੰਸ ਦੇ ਟਮਾਟਰ ਜਾ ਸਕਦੇ ਆ, ਉਧਰੋਂ ਕਿਸਮਿਸ ਆ ਸਕਦੀ ਹੈ, ਕਾਜੂ ਆ ਸਕਦੇ ਆ, ਇੱਧਰੋਂ ਫਿਰ ਕਿਉਂ ਨਹੀਂ ਜਾ ਸਕਦਾ? ਇਹ ਜਾਣਬੁੱਝ ਕੇ ਅਖੀਰ ਇੱਕ ਨਾ ਰਸਤਾ ਕੋਈ ਰਹਿ ਨਹੀਂ ਗਿਆ, ਚੱਲਣਾ ਇਹੀ ਰਸਤਾ ਹੈ। ਕਿਉਂਕਿ ਸਮੁੰਦਰੀ ਜਿਹੜਾ ਸਿਸਟਮ ਆ ਉਹ ਦਿਨ ਬ ਦਿਨ ਦੇ ਆ ਰਿਹਾ। ਇੱਥੇ ਚੀਨ ਦੀ ਹੱਦ ਤੇ ਗਵਾਡਰ ਬੰਦਰਗਾਹ ਇਕਨੋਮਿਕ ਕੋਰੀਡੋਰ ਬਣਿਆ, ਉਹ ਇਕਨੋਮਿਕ ਕੋਰੀਡੋਰ ਦੇ ਵਿੱਚ ਸਾਡੇ ਕਿਸਾਨਾਂ ਨੂੰ ਭੇਜਿਆ ਜਾਵੇ, ਤੇ ਇਹ ਸਭ ਤੋਂ ਵੱਡੀਆ ਹੋ ਸਕਦਾ ਹੈ। ਇਸ ਕਰਕੇ ਇਹ ਕੋਈ ਐਸੀ ਗੱਲ ਨਹੀਂ ਕਿ ਜੇ ਮੁਲਕ ਬਣ ਗਿਆ ਤੇ ਦੂਜੇ ਮੁਲਕ ਨਾਲ ਉਹਦੀ ਇੱਕ ਦੂਜੀ ਲੈਣ ਦੇਣ ਨਹੀਂ ਹੋਗੀ, ਸਾਰੇ ਰਹਿਣਗੇ ਤੇ ਆਜ਼ਾਦੀ ਨਾਲ ਰਹਿਣਗੇ। ਇਹ ਜਿਹੜੀਆਂ ਗਲਤ ਫਹਿਮੀਆਂ, ਇਹਨਾਂ 'ਚੋਂ ਸਾਰਿਆਂ ਨੂੰ ਨਿਕਲ ਜਾਣਾ। ਹਿੰਦੂ ਨੂੰ, ਮੁਸਲਮਾਨ ਤੇ ਹੋਰ ਜਿਹੜਾ ਗਲਤ ਪ੍ਰਚਾਰ ਕਰ ਰਹੇ, ਉਹਨਾਂ ਨੂੰ ਇਹਦੇ 'ਚੋਂ ਨਿਕਲ ਜਾਣਾ ਚਾਹੀਦਾ। ਬਿਲਕੁਲ ਆਜ਼ਾਦੀ ਨਾਲ ਰਹਿਣਗੇ ਜਿਸ ਤਰੀਕੇ ਦੂਜੇ ਮੁਲਕਾਂ 'ਚ ਰਹਿ ਰਹੇ। ਗੱਲ ਉਹੀ ਹੈ ਨਾ ਵੀ ਮਿਸਕਨਸੈਪਸ਼ਨ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈਗੀ, ਗੱਲ ਕਲੀਅਰ ਹੋਣੀ ਚਾਹੀਦੀ ਹੈ। ਕਿਉਂਕਿ ਪੰਜਾਬ 'ਚ ਜਿਹੜੇ ਬਸਿੰਦੇ ਰਹਿੰਦੇ ਨੇ, ਚਾਹੇ ਉਹ ਸਿੱਖ ਕੌਮ ਨੂੰ ਬਿਲੋਂਗ ਕਰਦੇ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਈਸਾਈ ਨੇ, ਚਾਹੇ ਕੋਈ ਵੀ ਨੇ,
ਉਹਨਾਂ ਨੂੰ ਕਲੀਅਰ ਇਹ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਆਪਣਾ ਏਜੰਡਾ ਲੈ ਕੇ ਆਪਣੀ ਉਹਦਾ ਪ੍ਰਚਾਰ ਕਰਨਾ, ਤੇ ਉਹ ਪ੍ਰਚਾਰ ਸਹੀ ਤਰੀਕੇ ਦੇ ਨਾਲ ਹੋਣਾ ਚਾਹੀਦਾ। ਤੇ ਕਿਸਾਨੀ ਮੋਰਚੇ ਨਾਲ ਵੀ ਤੁਸੀਂ ਜੁੜੇ ਰਹੇ ਹੋ, ਤੁਸੀਂ ਕਾਮਰੇਡਾਂ ਦੀ ਵੀ ਗੱਲ ਕੀਤੀ ਹੈ, ਹੁਣ ਕਿਸਾਨੀ ਮੋਰਚੇ ਨੂੰ ਕਿਵੇਂ ਦੇਖਦੇ ਹੋ? ਹੁਣ ਜੀ ਕਹਿਣ ਤੋਂ ਪਾਪ ਕੁਮ ਲੜੀਏ ਬੋਲੀਏ, ਅਸੀਂ ਜਿੱਤਾਂਗੇ ਜ਼ਰੂਰ ਤੇ ਇਕੱਠੇ ਰਹੀਏ। ਇਹ ਐ ਨਹੀਂ ਲੱਗਦਾ ਵੀ 24 ਤੱਕ ਜਾਊਗਾ, ਜਾਂ ਵੀ ਜਿਹੜੀਆਂ ਹੁਣ ਯੂਪੀ ਦੀਆਂ ਅੱਗੇ ਚੋਣਾਂ ਹੋ ਰਹੀਆਂ ਨੇ ਵੀ ਜਾਵੇ, ਹੁਣ ਇਹਨਾਂ ਨੇ ਗੱਲ ਨਹੀਂ ਕਰਨੀ, ਲਿਜਾਣਗੇ 22 ਤੱਕ ਤਾਂ ਲਿਜਾਣਗੇ ਹੀ, ਵੀ ਪੰਜਾਬ ਦੀਆਂ ਚੋਣਾਂ ਵੇਖ ਲਈਏ, ਪਰ ਜਿੱਤਾਂਗੇ ਜ਼ਰੂਰ, ਕਿਉਂਕਿ ਜਿਹੜਾ ਮਿਸ਼ਨ ਸਾਂਝਾ ਤੇ ਸੱਚਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਸਾਨੀ ਕਿਰਸਾਨ ਕਰੇ ਲੋਚਾ ਜੀ ਲਾਏ, ਹਲ ਜੋਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ। ਮੈਂ ਸਾਰੇ ਕਿਸਾਨ ਜਥੇਬੰਦੀ ਨੂੰ ਕਾਮਰੇਡਾਂ ਨੂੰ ਕਹਿਣਾ, ਵੀਰੋ ਇੱਕ ਗੱਲ ਨਹੀਂ, ਉੱਥੇ ਲੰਗਰ ਲਾਏ ਆ, ਸਿੱਖਾਂ ਨੇ ਲਾਏ ਆ, ਉੱਥੇ ਸਿੱਖਾਂ ਨੇ ਘੋੜੇ ਛੱਡੇ ਆ, ਉੱਥੇ ਸਿੱਖਾਂ ਨੇ ਆਪਣੀਆਂ ਛਬੀਲਾਂ ਲਾਈਆਂ, ਮੈਡੀਕਲ ਲਾਏ ਆ। ਕਿਸੇ ਕਾਮਰੇਡ ਨੇ ਮੈਡੀਕਲ ਨਹੀਂ ਲਾਇਆ, ਕਿਸੇ ਨੇ ਛਬੀਲ ਨਹੀਂ ਲਾਈ, ਕਿਸੇ ਕਾਮਰੇਡ ਨੇ ਕੁਛ ਨਹੀਂ ਕੀਤਾ। ਇਸ ਕਰਕੇ ਇਸ ਗੱਲ 'ਚੋਂ ਨਿਕਲੀਏ, ਇਸ ਗੱਲ 'ਚੋਂ ਨਿਕਲ ਕੇ ਆਪਾਂ ਸਾਰੇ ਇਕੱਠੇ ਹੋਈਏ ਤੇ ਜਿੱਤਾਂਗੇ ਜ਼ਰੂਰ। ਤੇ ਖਾਲਸੇ ਦੇ ਝੰਡੇ, ਇਸ ਕਰਕੇ ਇਨਕਲਾਬ ਜਿੰਦਾਬਾਦ 'ਚੋਂ ਨਿਕਲ ਕੇ ਕੇਸਰੀ ਥੱਲੇ ਇਕੱਠੇ ਆ ਜਾਈਏ, ਜਿੱਤ ਛੇਤੀ ਹੋ ਜੂ। ਤੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਕੀ ਦੇਣਾ ਚਾਹੋ? ਨੌਜਵਾਨਾਂ ਨੂੰ ਕਹਿਣਾ ਕਿ ਇੱਕ ਮੁੱਠੀ ਹੋ ਜਾਓ, ਇਕੱਠੇ ਹੋ ਜਾਓ, ਤੇ ਦਿੱਲੀ ਦਾ ਜਿਹੜਾ ਵੀ ਹੁਕਮਰਾਨ ਬਣ ਕੇ ਦਿੱਲੀ ਤੋਂ ਬਣ ਕੇ ਆਉਂਦਾ ਉਹ ਸਿੱਖ ਕੌਮ ਦਾ ਭਲਾ ਨਹੀਂ। ਨੌਜਵਾਨਾਂ ਨੂੰ ਕਹਿ ਕੇ ਤੁਸੀਂ ਸਾਰਿਆਂ ਨੂੰ ਪਰਖ ਲਿਆ, ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦਾ ਮਹਾਨ ਜਰਨੈਲ ਹੈ, ਜਿਹੜਾ ਨਾ ਵਿਕਿਆ, ਨਾ ਰੁਕਿਆ, ਨਾ ਝੁਕਿਆ, ਨਾ ਕੋਈ ਲਾਲਚ ਕੀਤਾ, ਅੱਜ ਚਟਾਨ ਵਾਂਗ ਖੜਾ। ਤੇ ਤੁਸੀਂ ਸਾਰਾ ਕੁਝ ਵੇਖ ਲਿਆ, ਤੇ ਹੁਣ ਭਾਈ ਆਪਣੇ ਘਰ ਵਾਪਸੀ ਕਰੋ, ਆਪਣੇ ਪੰਥ ਨੂੰ ਪੰਜਾਬ ਦਾ ਪਹਿਰੇਦਾਰ ਬਣਾਓ, ਤਾਂ ਜੋ ਆਪਣਾ ਘਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਣਾ ਸਕੀਏ। ਤੇ ਇਹ ਇਕੱਠੇ ਹੋ ਕੇ 2022 ਦੇ ਵਿੱਚ ਸਾਰਿਆਂ ਨੂੰ ਸਬਕ ਸਿਖਾਓ। ਤੇ ਫਿਰ ਇਹ ਕਿਹੜਾ ਕੁੰਭ ਦਾ ਮੇਲਾ ਹੈ, ਜੇ ਅਸੀਂ ਨਾ ਕਰ ਸਕੇ ਫਿਰ ਤੁਸੀਂ ਕਿਤੇ ਹੋਰ ਪਾਸੇ ਚਲੇ ਜਾਇਆ ਜੀ। ਇਸ ਕਰਕੇ ਹੁਣ ਤੁਹਾਨੂੰ ਸੱਚੇ ਬੰਦੇ ਵੱਲ ਆਉਣਾ ਚਾਹੀਦਾ। ਜਿਹੋ ਜਿਹਾ ਬਾਣੀ ਕੀ ਕਹਿੰਦੀ ਹੈ, ਜਿਹਾ ਬੀਜੈ ਸੋ ਲੂਣਾ ਕਮਰ ਕਰਮਾ ਸੰਦੜਾ ਖੇਤ, ਜਿਹੋ ਜਿਹਾ ਬੀਜ ਲਓਗੇ ਵੱਢ ਲਓਗੇ। ਜੇ ਤੁਸੀਂ ਕਾਂਗਰਸ ਨੂੰ ਪਾਓਗੇ ਤੇ ਤੁਹਾਨੂੰ ਪਤਾ ਦਰਬਾਰ ਸਾਹਿਬ ਢਾਉਣ ਦੀ ਗੱਲ ਹੋਣੀ ਹੈ, ਜੇ ਬਾਦਲ ਨੂੰ ਪਾਓਗੇ ਗੁਰੂ ਦੀ ਬੇਅਦਬੀ ਦੀ ਗੱਲ ਹੋਣੀ ਹੈ, ਕਿ ਜੇ ਕੇਜਰੀਵਾਲ ਲਓਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸੋਚ ਦੇ ਵਿਰੁੱਧ ਹੋਣੀ ਹੈ, ਜੇ ਤੁਸੀਂ ਕਾਮਰੇਡਾਂ ਨੂੰ ਪਾਓਗੇ ਫਿਰ ਦਰਬਾਰ ਸਾਹਿਬ ਢਾਉਣ ਵਾਲਿਆਂ ਦੀ ਗੱਲ ਹੈ। ਹੁਣ ਬਚਿਆ ਕਿਹੜਾ? ਤੇ ਫਿਰ ਬਾਕੀ ਤੁਸੀਂ ਖਹਿਰਾ ਸਾਹਿਬ ਤੇ ਹੋਰ ਸਾਰਿਆਂ ਦਾ ਹਾਲ ਹੀ ਵੇਖ ਲਿਆ, ਕਿੱਧਰ ਨੂੰ ਜਾ ਰਹੇ ਆ, ਸਾਈਆਂ ਕਿਤੇ ਆ ਤੇ ਵਧਾਈਆਂ ਕਿਤੇ ਆ। ਤੇ ਇਸ ਕਰਕੇ ਹੁਣ ਆਪਣੇ ਘਰੇ ਵਾਪਸ ਕਰ ਲਈਏ। ਤੇ ਨੌਜਵਾਨਾਂ ਨੂੰ ਅਪੀਲ ਹੈ ਕਿ ਤੁਸੀਂ ਰੀੜ੍ਹ ਦੀ ਹੱਡੀ ਹੋ, ਤੁਹਾਡੇ ਬਿਨਾਂ ਜੰਗ ਨਹੀਂ ਜਿੱਤੀ ਜਾਣੀ। ਅੱਜ ਤੁਹਾਨੂੰ ਆਵਾਜ਼ ਮਾਰਦੇ ਹਾਂ, ਤੁਹਾਡੀ ਲੋੜ ਹੈ, ਤੁਹਾਡੀ ਲੋੜ ਹੈ, ਤੁਹਾਡੀ ਲੋੜ ਹੈ। ਤੁਸੀਂ ਚਟਾਨ ਵਾਂਗ ਕੇਸਰੀ ਝੰਡੇ ਲੈ ਕੇ ਤੇ ਅੱਜ ਪਿੰਡਾਂ ਪਿੰਡਾਂ ਵਿੱਚ ਵੜ ਜਾਓ ਤੇ ਇਹ ਹੋਕਾ ਸੱਚ ਦਾ ਦੇ ਦਿਓ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਦਾ, ਆਜ਼ਾਦੀ ਦਾ ਤੇ ਖਾਲਿਸਤਾਨ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੱਚੀ ਸੋਚ ਦਾ ਹੋਕਾ ਦੇ ਦਿਓ। ਇਸ ਸਬੰਧ ਵਿੱਚ ਬੀਬੀ ਮਨਦੀਪ ਕੌਰ ਮੇਰੀ ਭੈਣ, ਇਹ ਪਾਕਿਸਤਾਨ ਦੇ ਵਿੱਚ ਵੀ ਇਸ ਆਜ਼ਾਦੀ ਦੀ ਕੌਮ ਦੀ ਸਾਰੀ ਲਗਾਤਾਰ ਗੱਲ ਕਰਕੇ ਆਈ ਹੈ, ਜਿੱਥੇ ਸਟੇਜਾਂ ਹੁੰਦੀਆਂ ਸੀ ਉੱਥੇ ਗੱਲ ਕਰਕੇ ਆਈ ਹੈ। ਇਹ ਗੱਲਾਂ ਲਸੋਈ ਸਾਹਿਬ ਨੇ ਵੀ ਕੀਤੀਆਂ, ਇਹ ਗੱਲਾਂ ਸੌਂਟੀ ਸਾਹਿਬ ਨੇ ਵੀ ਕੀਤੀਆਂ, ਇਹ ਗੱਲਾਂ ਕਾਲਾਬੂਲਾ ਸਾਹਿਬ ਨੇ ਵੀ ਕੀਤੀਆਂ। ਇਹ ਸਾਡੀਆਂ ਗੱਲਾਂ ਸਾਰੀਆਂ ਕੁਲਵਿੰਦਰ ਸਿੰਘ ਖਾਲਿਸਤਾਨੀ ਤੇ ਸਾਰੀ ਟੀਮ ਨੇ ਕੀਤੀਆਂ, ਕਿਉਂਕਿ ਤਿਹਾੜ ਜੇਲ੍ਹ 'ਚ ਕਿਸਾਨੀ ਲਈ ਗਏ ਆ ਤੇ ਕਿਸਾਨੀ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਤੇ ਅੱਜ ਵੀ ਲੜੇ ਆ। ਤੇ ਇਹੀ ਕਹਿਣਾ, ਆਪਣੇ ਘਰ ਮੋੜਾ ਪਾ ਲਓ। ਸੋ ਇਹ ਸੀਗੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਨ੍ਹਾਂ ਨੇ ਬੜੀ ਵਿਵਾਕ ਤੇ ਇਮਾਨਦਾਰੀ ਦੇ ਨਾਲ ਖੁੱਲ੍ਹ ਕੇ ਸਾਡੇ ਨਾਲ ਜਿਹੜੀ ਹੈ ਸਾਰੇ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ। ਇਹਨਾਂ ਵੱਲੋਂ ਇਹੀ ਕਹਿਣਾ ਵੀ ਘਰ ਵਾਪਸੀ ਕਰਨੀ ਪੈਣੀ ਹੈ, ਕੌਮ ਦੇ ਜਿਹੜੇ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣਾ ਪੈਣਾ। ਜਦੋਂ ਤੱਕ ਨਹੀਂ ਹੋਣਗੇ ਉਦੋਂ ਤੱਕ ਇਹ ਜਿਹੜੀ ਹੈ ਭਟਕਣਾ ਹੈ, ਉਹ ਭਟਕਣਾ ਰਹਿਣੀ ਹੈ। ਸੋ ਮੇਰੀ ਵੀ ਇਹੀ ਬੇਨਤੀ ਹੈ ਵੀ ਇੱਕ ਝੰਡੇ ਥੱਲੇ ਇਕੱਠੇ ਹੋ, ਏਕਤਾ ਦੀ ਸਾਨੂੰ ਲੋੜ ਹੈ, ਏਕਤਾ ਦੇ ਵਿੱਚ ਇਹ ਬਲ ਹੈ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਤੁਹਾਡੇ ਨਾਲ। ਇਵੇਂ ਪਿਆਰ ਦਿੰਦੇ ਰਹੋ। ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ, ਗੁਰਮੀਤ ਸਿੰਘ ਦੇ ਨਾਲ।